ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਅੱਜ ਸਾਰੇ ਲੋਕਾਂ ਦੀਆਂ ਪੰਜਾਬ ਦੀਆਂ ਨਜ਼ਰਾਂ ਸੀ ਕਿਉਂਕਿ ਭਗਵੰਤ ਮਾਨ ਸਰਕਾਰ ਦਾ ਦੂਜਾ ਜਿਹੜਾ ਪੂਰਾ ਬਜਟ ਹੈ। ਪਹਿਲੇ ਵਾਰ ਤਾਂ ਹਾਲਾਂਕਿ 3 ਮਹੀਨਿਆਂ ਦਾ ਵੋਟ ਔਨ ਅਕਾਊਂਟ ਲੈਣ ਤੋਂ ਬਾਅਦ ਜੂਨ ਦੇ ਵਿੱਚ ਉਹਨਾਂ ਨੇ ਬਜਟ ਕੀਤਾ ਸੀ ਪੇਸ਼। ਪੂਰੇ ਸਾਲ ਦਾ ਇਹ ਜਿਹੜਾ ਪਹਿਲਾ ਬਜਟ ਹੈ ਜਿਵੇਂ ਕਿਹਾ ਜਾਵੇ ਉਸ ਤਰੀਕੇ ਦਾ, ਔਰ ਜਿਹਦੇ 'ਚ ਇਹ ਕਿਹਾ ਜਾਂਦਾ ਰਿਹਾ ਕਿ ਲਗਾਤਾਰ ਲੋਕਾਂ ਦੇ ਜਿਹੜੇ ਇੱਕ ਆਊਟ ਆਫ ਬਾਕਸ ਸੋਚ ਹੋਏਗੀ, ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ ਔਰ ਸਾਰਿਆਂ ਦਾ ਧਿਆਨ ਦਿੱਤਾ ਜਾ ਰਿਹਾ, ਖਾਸ ਤੌਰ ਤੇ ਸਿੱਖਿਆ ਦੇ ਖੇਤਰ 'ਚ, ਸਿਹਤ ਦੇ ਖੇਤਰ 'ਚ, ਰੁਜ਼ਗਾਰ ਦੇ ਖੇਤਰ 'ਚ, ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਕੰਮ ਕੀਤਾ ਜਾ ਰਿਹਾ। ਔਰ ਵਿੱਤ ਮੰਤਰੀ ਨੇ 2 ਘੰਟਿਆਂ ਤੋਂ ਵੀ ਜ਼ਿਆਦਾ ਇੱਕ ਆਪਣਾ ਭਾਸ਼ਣ ਵੀ ਪੜ੍ਹਿਆ ਉਸ ਸਾਰੇ ਮਾਹੌਲ ਦੇ ਵਿੱਚ, ਵਿਧਾਨ ਸਭਾ ਦੇ ਅੰਦਰ। ਔਰ ਉਹ ਸਾਰਿਆਂ ਦਾ ਇੱਕ ਵੱਡੀਆਂ ਫਿਗਰਾਂ ਵੀ ਨੇ ਨਾਲ, ਕਈ ਵਾਰ ਫਿਗਰਾਂ ਦੀ ਗੱਲ ਵੀ ਕਰਾਂਗੇ ਥੋੜ੍ਹੀ ਬਹੁਤ ਇਹਦੇ ਵਿੱਚ, ਪਰ ਨਾਲ ਦੀ ਨਾਲ ਕੁਝ ਗੱਲਾਂ ਉਹ ਵੀ ਕਰਾਂਗੇ ਜਿਹੜੀਆਂ ਸੌਖੇ ਤਰੀਕੇ ਨਾਲ ਇਹ ਪਤਾ ਲੱਗਣ ਕਿ ਉਮੀਦ ਕੀ ਹੈ ਬਜਟ ਤੋਂ ਲੋਕਾਂ ਦੀ, ਕਿ ਕਿਸ ਲੈਵਲ ਦੀ ਦਿਸ਼ਾ 'ਚ ਜਾਣਾ ਚਾਹੀਦਾ। ਇਹ ਬਜਟ ਲੋਕਾਂ ਨੂੰ ਕੋਈ ਉਮੀਦ ਦਿੰਦਾ ਹੈ ਕਿ ਕਿਸ ਪਾਸੇ ਪੰਜਾਬ ਜਾ ਰਿਹਾ ਔਰ ਪੰਜਾਬ ਉਸ ਪਾਸੇ ਵੱਲ ਜਾਂਦਾ ਰਹੂਗਾ ਜਿਹੜੀ ਦਿਸ਼ਾ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਜਾਂ ਫਿਰ ਇਹ ਦਿਸ਼ਾਹੀਨ ਟਾਈਪ ਵੀ ਹੈ, ਜਿਵੇਂ ਵਿਰੋਧੀ ਧਿਰ ਕਹਿ ਰਹੀ ਹੈ ਕਿ ਇਹਦੇ 'ਚ ਕੋਈ ਬਹੁਤ ਜ਼ਿਆਦਾ ਕੁਝ ਵੀ ਹੈ ਨਹੀਂ ਹੈ। ਪਰ ਇਹਦੇ ਤੇ ਆਪਾਂ ਨਿੱਠ ਕੇ ਥੋੜ੍ਹੀ ਚਰਚਾ ਕਰਾਂਗੇ ਵਿਆਖਿਆ ਦੇ ਤੌਰ ਤੇ ਵੀ। ਬਾਕੀ ਮੇਰੇ ਨਾਲ ਨੇ SP ਸਿੰਘ ਜੀ, ਸੀਨੀਅਰ ਪੱਤਰਕਾਰ ਵੀ ਨੇ ਤੇ ਟਿੱਪਣੀਕਾਰ ਤੇ ਲੇਖਕ। ਔਰ ਅੱਜ ਜਿਹੜਾ ਉਹਨਾਂ ਨੇ ਜਿਵੇਂ ਬਜਟ ਪੇਸ਼ ਕੀਤਾ ਹੈ, ਹਰ ਵਾਰ ਦਾ ਇੱਕ ਰਿਚੁਅਲ ਜਿਹਾ ਬਣ ਗਿਆ ਕਿ ਆਉਂਦੇ ਨੇ, ਪਹਿਲਾਂ ਵੀ ਉਹ ਫਾਈਲ ਦਿਖਾਉਂਦੇ ਆਉਂਦੇ ਨੇ ਕਿ ਆਪਾਂ ਇਹ ਕਰਨਾ ਜੇ ਕਰਨਾ। ਔਰ ਸਭ ਤੋਂ ਬੜਾ ਕੁਐਸਚਨ ਤਾਂ ਲੋਕਾਂ ਨੂੰ ਇਹ ਨਜ਼ਰ ਆਉਂਦਾ ਸੀਗਾ ਵੈਸੇ ਕਿ ਕਿਹੜਿਆਂ ਨੂੰ ਰਿਆਇਤਾਂ, ਜਿਹਨੂੰ ਬਹੁਤ ਲੋਕ ਰੇਵੜੀਆਂ ਦੇ ਰੂਪ ਦੇ ਵਿੱਚ ਕਹਿੰਦੇ ਨੇ ਕਿ ਰੇਵੜੀਆਂ ਵੰਡਦੇ ਨੇ ਜੀ, ਬਾਕੀ ਦੀਆਂ ਚੀਜ਼ਾਂ ਕਰਦੇ ਨੇ, ਤੇ ਜਿਹੜੇ ਵੱਡੇ ਸੈਗਮੈਂਟ ਲੋਕ ਦੇਖਦੇ ਸੀਗੇ, ਮੰਨ ਲਓ ਖਾਸ ਤੌਰ ਤੇ ਡਾਊਨ ਟਰਾਊਡਨ ਲੋਕ ਜਿਹਨੂੰ ਕਹਿੰਦੇ ਨੇ ਅਸੀਂ ਗਰੀਬ ਆ, ਬਾਕੀ ਦੇ ਮੰਨ ਲਿਓ, ਉਹਨਾਂ ਲਈ ਕੀ ਕੁਛ ਆਪਾਂ ਕਹਿ ਸਕਦੇ ਹਾਂ। ਮਤਲਬ 31 ਲੱਖ ਤੋਂ ਜ਼ਿਆਦਾ ਪੈਨਸ਼ਨਰ ਨੇ, ਕੋਈ ਆਸ਼ੀਰਵਾਦ ਵਾਲੇ ਨੇ, ਉਹਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਜਿਨ੍ਹਾਂ ਨੂੰ ਇਹ ਗੱਲ ਕੀਤੀ ਗਈ ਸੀ। ਫਿਰ ਉਹਦੇ ਤੋਂ ਨਾਲ ਦੀ ਨਾਲ ਖੇਤੀ ਸੈਕਟਰ ਦੇ ਵੀ ਕਾਫੀ ਲੋਕ ਇੱਕ ਤੰਗੀ ਦੇ ਵਿੱਚ ਜਿਹੜੇ ਦਿਖਾਈ ਦੇ ਰਹੇ ਨੇ, ਜਿਨ੍ਹਾਂ 'ਚੋਂ ਗੱਲਾਂ ਪਿਛਲੇ ਦਿਨਾਂ 'ਚ ਹੁੰਦੀਆਂ ਸੀ ਕਿ ਖੁਦਕੁਸ਼ੀ ਪੀੜਤ ਇੱਕ ਪਰਿਵਾਰ ਵੀ ਨੇ। ਸ਼ਾਇਦ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਹੁਣ ਸਾਰਾ ਉਸ ਲੈਵਲ ਤੇ ਕੀਤਾ ਜਾਏਗਾ। ਔਰ ਰੁਜ਼ਗਾਰ ਦਾ ਪਹਿਲੂ ਵੀ ਉਹਨਾਂ ਨੇ ਇਹ ਕਿਹਾ ਕਿ ਇਸ ਲੈਵਲ ਤੇ, ਜੇ ਆਪਾਂ ਇਹ ਸੋਸ਼ਲ ਸੈਕਟਰ ਦੇ ਐਂਗਲ ਤੋਂ ਇਹਨੂੰ ਦੇਖਿਆ ਜਾਏ ਬਜਟ ਨੂੰ, ਤਾਂ ਆਪਾਂ ਕਿਵੇਂ ਦੇਖ ਸਕਦੇ ਹਾਂ? ਮਤਲਬ ਦੇਖੋ, ਹਰੇਕ ਬਜਟ ਦੀ ਇੱਕ ਕਹਾਣੀ ਹੁੰਦੀ ਹੈ। ਵਾਟ ਇਜ਼ ਦਾ ਸਟੋਰੀ ਯੂ ਵਾਂਟ ਟੂ ਟੈਲ ਪੀਪਲ, ਕਿ ਅਸੀਂ ਕੀ ਕਰਨਾ ਚਾਹ ਰਹੇ ਹਾਂ, ਉਹਦੀ ਸਿਮਤ ਕੀ ਹੈ, ਉਹਦੀ ਦਿਸ਼ਾ ਕੀ ਹੈ। ਅਸੀਂ 2-3 ਫੈਕਟਰਸ ਦੇ ਬੰਨੇ ਹੋਏ ਹਾਂ। ਪਹਿਲੀ ਗੱਲ ਹੈ ਕਿ ਸਟੇਟ ਕਰਜ਼ੇ ਦੇ ਹੇਠਾਂ ਦੱਬੀ ਹੋਈ ਹੈ। ਜਦੋਂ ਤੁਸੀਂ ਇੱਕ ਇਹ ਬਿਆਨੀਆ ਲਗਾਤਾਰ ਲੋਕਾਂ ਦੇ ਨਾਲ ਸਾਂਝਾ ਕੀਤਾ ਹੈ ਤੇ ਇਹਦੇ ਬਾਰੇ ਇੱਕ ਜਾਗਰੂਕਤਾ ਲੋਕਾਂ ਦੇ ਵਿੱਚ ਹੈ ਕਿ ਅਸੀਂ ਕਰਜ਼ੇ ਥੱਲੇ ਦੱਬਿਆ ਹੋਇਆ ਸੂਬਾ, ਤਾਂ ਕੀ ਸਾਡਾ ਬਜਟ ਇਸ ਹਕੀਕਤ ਨੂੰ ਰਿਫਲੈਕਟ ਕਰਦਾ ਹੈ? ਜੇ ਸਰਕਾਰ ਦੀ ਭਾਸ਼ਾ ਇਹ ਹੋਵੇ ਕਿ ਅਸੀਂ ਇੱਕ ਨਵੇਂ ਪੈਸੇ ਦਾ ਟੈਕਸ ਲਾਏ ਬਿਨਾਂ ਆਪਣੀ ਆਮਦਨ ਨੂੰ ਇੰਨਾ ਵਧਾ ਦਿੱਤਾ ਹੈ ਤੇ ਇਸ ਤਰੀਕੇ ਨਾਲ ਸਾਰੇ ਰਿਸੋਰਸਿਸ ਐਲੋਕੇਟ ਕੀਤੇ ਨੇ ਕਿ ਹੁਣ ਪੰਜਾਬ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ, ਤਾਂ ਇਹ ਤੁਹਾਡੇ ਉਸ ਬਿਆਨੀਏ ਨੂੰ ਨਲੀਫਾਈ ਕਰਦਾ ਹੈ ਜਿਹੜਾ ਇਹ ਕਹਿੰਦਾ ਕਿ ਸਾਡੇ ਹੱਥ ਬੰਨੇ ਹੋਏ ਨੇ, ਰੂਮ ਫॉर ਮੈਨੂਵਰ ਬਹੁਤ ਘੱਟ ਹੈ। ਅਸੀਂ ਆਪਣੇ ਜਿਹੜੇ ਪ੍ਰਮੁੱਖ ਸੈਕਟਰਸ ਨੇ, ਚਾਹੇ ਉਹ ਖੇਤੀਬਾੜੀ ਹੈ ਜਾਂ ਸਾਡਾ ਸਰਵਿਸਿਜ਼ ਦਾ ਸੈਕਟਰ ਹੈ ਜਿਹੜਾ ਨਵਾਂ ਉਭਰਦਾ ਹੋਇਆ, ਜਾਂ ਸਾਡਾ ਮੈਨੂਫੈਕਚਰਿੰਗ ਸੈਕਟਰ ਹੈ ਜਿਹਦੇ 'ਚ ਅਸੀਂ ਪਹਿਲਾਂ ਹੀ ਇੱਕ ਲੰਬੇ ਸਮੇਂ ਤੋਂ ਫਾਡੀ ਚੱਲਦੇ ਆ ਰਹੇ ਹਾਂ ਐਜ਼ ਫਾਰ ਐਜ਼ ਇੰਡਸਟਰੀਅਲ ਸੈਕਟਰ ਇਜ਼ ਕੰਸਰਨਡ, ਉਹਦੇ ਵਿੱਚ ਅਸੀਂ ਕਿੰਨਾ ਪੈਸਾ ਲਗਾ ਸਕਦੇ ਹਾਂ। ਤੁਸੀਂ ਇੱਕ ਬਿਆਨੀਆ ਬਣਾਉਂਦੇ ਹੋ ਕਿ ਪ੍ਰੋਗਰੈਸਿਵ ਪੰਜਾਬ ਦੀਆਂ ਸਮਿਟਸ ਹੋ ਰਹੀਆਂ ਨੇ ਤੇ ਇੰਨਾ ਜ਼ਿਆਦਾ ਨਿਵੇਸ਼ ਆ ਰਿਹਾ, ਇੰਨਾ ਪੈਸਾ ਪੰਜਾਬ 'ਚ ਦੌੜਿਆ ਆ ਰਿਹਾ, ਹੁਣ ਇਹ ਦੱਸ ਦਿਓ ਕਿ ਟੈਕਸਿਸ ਲਾਉਣ ਦੀ ਵੀ ਕੋਈ ਲੋੜ ਨਹੀਂ ਤੇ ਵਾਰੇ ਨਿਆਰੇ ਹੋਏ ਪਏ ਨੇ, ਤਾਂ ਫਿਰ ਇੱਕ ਬਿਆਨੀਆ ਅਪਣਾ ਲਵੋ। ਰਾਜਨੀਤਿਕ ਤੌਰ ਦੇ ਉੱਤੇ ਪੋਲੀਟੀਕਲੀ ਤੁਸੀਂ ਕਨਫਿਊਜ਼ਡ ਕਿਉਂ ਹੋ? ਜਾਂ ਤੇ ਅਸੀਂ ਦੱਬੇ ਕੁਚਲੇ ਹਾਂ ਤੇ ਜਾਂ ਅਸੀਂ ਬਹੁਤ ਖੁਸ਼ਹਾਲ ਹਾਂ। ਅਸੀਂ ਹੁਣ ਲਗਭਗ ਦੋਵੇਂ ਹੀ ਇੱਕੋ ਸਮੇਂ ਦੇ ਉੱਤੇ ਹਾਂ, ਇੱਕੋ ਹੀ ਸਰਕਾਰ ਦੇ ਥੱਲੇ ਸਾਡੇ ਬਿਆਨੀਏ ਨੇ। ਜੇ ਤੁਸੀਂ ਇਹਦੇ ਜਿਹੜੇ ਵੱਡੇ ਡੈਮੋਗ੍ਰਾਫਿਕਸ ਨੇ ਜੇ ਉਹ ਚੁੱਕ ਲਵੋ ਕਿ ਐਗਰੀਕਲਚਰ ਲਈ ਸਰਕਾਰ ਨੇ ਇਸ ਲਗਭਗ 2 ਲੱਖ ਕਰੋੜ ਦੇ ਬਜਟ ਦੇ ਵਿੱਚ 1,96,000 ਕਰੋੜ ਦਾ ਬਜਟ ਹੁਣ ਸਾਡਾ ਹੋ ਗਿਆ। 1,96,000 ਕਰੋੜ ਦੇ ਬਜਟ ਦੇ ਵਿੱਚ ਐਗਰੀਕਲਚਰ ਲਈ ਸਰਕਾਰ ਨੇ ਕਿੰਨੇ ਪੈਸੇ ਲੱਗੇ? ਤਾਂ ਫਿਗਰ ਪ੍ਰਭਾਵਿਤ ਲੱਗਦੀ ਹੈ। ਕਿੰਨੇ ਪੈਸੇ ਨੇ ਇਸ ਵੇਲੇ? ਲਗਭਗ 35-36 13,888 ਕਰੋੜ। 13,888। ਇਹ 13,888 ਕਰੋੜ ਨੂੰ ਥੋੜਾ ਜਿਹਾ ਹਕੀਕਤ ਤੇ ਲੈ ਆਈਏ ਵੀ ਜਿਹੜਾ ਉਹ ਟਿਊਬਵੈਲਾਂ ਲਈ ਤੇ ਫ੍ਰੀ ਬਿਜਲੀ ਵਾਲਾ ਜਾਣਾ ਹੈ, ਉਹ ਮਾੜਾ ਜਿਹਾ ਮਾਈਨਸ ਕਰ ਦਿਓ, 9,331 ਕਰੋੜ ਉਹ ਨਿਕਲ ਗਿਆ। ਬਾਕੀ 4,000 ਕਰੋੜ ਦੇ ਆਸ-ਪਾਸ ਤੁਹਾਡੇ ਕੋਲ ਬਚ ਗਿਆ। ਇਹ 4,000 ਕਰੋੜ ਦੇ ਵਿੱਚੋਂ ਜਿਹੜੇ ਕਮਿਟਡ ਖਰਚੇ ਨੇ
ਜਿਹੜੇ ਜਾਣੇ ਹੀ ਜਾਣੇ ਨੇ, ਚਾਹੇ ਇੱਕ ਫਸਲ ਦਾ ਦਾਣਾ ਵੀ ਨਾ ਉੱਗੇ, ਉਹਨਾਂ ਨੂੰ ਕੱਢ ਦਿਓ, ਤਨਖਾਹਾਂ ਜਿਹੜੀਆਂ ਤਨਖਾਹਾਂ ਨੂੰ ਕੱਢ ਦਿਓ, ਨੇ ਜਿਹੜੀਆਂ 250 ਇਹ ਸਾਰੇ ਕਰੋੜ ਕੱਢ ਦੇ ਦਿਓ। ਉਹ ਜਿਹੜਾ ਲਗਭਗ ਨੇ, ਫਸਲ ਬੀਮਾ ਯੋਜਨਾ ਜਿਹਨੂੰ ਕੋਈ ਲੈਣ ਨੂੰ ਤਿਆਰ ਨਹੀਂ, ਉਹਦਾ ਅਜੇ ਬਜਟ ਤੱਕ ਕੱਢ ਦਿਓ, ਚਾਲੂ ਨਹੀਂ ਹੋਈ ਡਾਈਵਰਸਿਫਿਕੇਸ਼ਨ ਵਾਲਾ ਕੱਢ ਲਓ, ਜਿਹਦੀ ਹਰ ਸਾਲ ਗੱਲ ਹੁੰਦੀ ਹੈ ਤੇ ਰਿਵਾਈਜ਼ਡ ਬਜਟ ਐਸਟੀਮੇਟਸ ਦੇ ਵਿੱਚ ਕਲੀਅਰਲੀ ਦਿਖਾਈ ਦਿੰਦਾ ਹੈ ਕਿ ਕੋਈ ਫੰਡਸ ਦੀ ਡਿਪਲੋਇਮੈਂਟ ਨਹੀਂ ਹੈ, ਕੋਈ ਯੂਟਿਲਾਈਜੇਸ਼ਨ ਨਹੀਂ ਹੈ, ਤੇ ਹਰ ਸਾਲ ਅਸੀਂ ਉਹਦੇ 'ਚ ਪੈਸਾ ਪਾਉਂਦੇ ਹੀ ਰਹਿੰਦੇ ਹਾਂ। ਇਸੇ ਤਰੀਕੇ ਨਾਲ ਜੇ ਸਭ ਤੋਂ ਦੱਬਿਆ ਕੁਚਲਿਆਂ ਦੀ ਗੱਲ ਕਰਨੀ ਹੈ, 8 ਮਾਰਚ ਦਾ ਦਿਹਾੜਾ ਨਿਕਲ ਕੇ ਗਿਆ, ਇੰਟਰਨੈਸ਼ਨਲ ਵਿਮਨ ਡੇ ਸੀ, ਪੂਰੇ ਸੰਸਾਰ ਦੇ ਵਿੱਚ ਖੁਆਤੀਨ ਦਾ ਦਿਨ ਮਨਾਇਆ ਗਿਆ। ਮੈਨੂੰ ਚੰਗਾ ਲੱਗਦਾ ਜੇ ਇਸ ਐਡੀ ਜਹਾਜ਼ੀ ਸਾਡੀ ਜਿਹੜੀ ਕੈਬਨਿਟ ਹੈ, ਛੋਟੀ ਜੀ ਸਟੇਟ ਦੀ, ਤੇ 3 ਕਰੋੜ ਲੋਕਾਂ ਲਈ ਅਸੀਂ ਮਿਨਿਸਟਰੀ ਐਡੀ ਵੱਡੀ ਰੱਖੀ ਹੋਈ ਹੈ, ਇਹਨਾਂ 'ਚੋਂ ਕਿਸੇ ਮੰਤਰੀ ਨੇ ਆਪਣਾ ਦਿਨ, ਆਪਣਾ 1 ਘੰਟਾ, ਆਪਣੀ ਸ਼ਾਮ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਵਿੱਚ ਕਿਸੇ ਪਿੱਛੇ ਰਹਿ ਗਈ ਵਿਧਵਾ ਨਾਲ, ਕਿਸੇ ਦੀ ਬਜ਼ੁਰਗ ਮਾਂ ਨਾਲ, ਉਹਨਾਂ ਦੀ ਹਾਲਤ ਦੇਖਣ ਲਈ ਮਨਾਇਆ? ਕੋਈ ਕਿਸੇ ਨੇ ਘੰਟਾ ਕੱਢਿਆ ਹੋਵੇ ਤਾਂ ਅਖਬਾਰ ਦੇ ਵਿੱਚ ਮੈਨੂੰ ਲੱਗਦਾ 200-250 ਫੋਟੋਆਂ ਤੇ ਛਪ ਜਾਂਦੀਆਂ ਇਹੋ ਜਿਹੇ ਚੰਗੇ ਕੰਮ ਦੀਆਂ। ਪਰ ਜੇ ਇਹ ਉਹਦੇ ਵਿੱਚ ਨਹੀਂ ਆਇਆ ਤਾਂ ਫਿਰ ਮੈਂ ਇਹ ਦੇਖਣਾ ਚਾਹਾਂਗਾ ਕਿ ਭਾਈ ਬਜਟ ਦੇ ਵਿੱਚ ਤੁਸੀਂ ਉਹਨਾਂ ਪਰਿਵਾਰਾਂ ਲਈ ਕੀ ਰੱਖਿਆ? ਤੁਸੀਂ ਜਿਹੜੇ ਇਹ ਹੁਣ ਅਸੀਂ 2023 ਵਿੱਚ 30 ਸਾਲ ਹੋ ਗਏ ਨੇ ਸੰਵਿਧਾਨ ਦੀ 73ਵੀਂ ਤੇ 74ਵੀਂ ਸੋਧ ਦੇ, ਇਹ ਅਸੀਂ ਐਨੀਵਰਸਰੀ 'ਚ ਬੈਠੇ ਹਾਂ, ਬਲਕਿ ਐਨੀਵਰਸਰੀ ਦੇ ਮਹੀਨੇ ਵਿੱਚ ਬੈਠੇ ਹਾਂ। ਅਪ੍ਰੈਲ 93 ਦਾ ਮਹੀਨਾ ਸੀ ਤੇ ਅਪ੍ਰੈਲ 2023 ਦੇ ਵਿੱਚ ਇਹ ਸਰਕਾਰ ਆਪਣਾ ਪਲੇਠਾ ਬਜਟ, ਕੰਪਲੀਟ ਬਜਟ ਪੇਸ਼ ਕਰ ਰਹੀ ਹੈ। ਇਹਦੇ ਬਜਟ ਦੇ ਪੂਰੇ ਜਿਹੜਾ ਡਾਕੂਮੈਂਟ ਦੇ ਵਿੱਚ ਤੇ ਫਾਈਨੈਂਸ ਮਿਨਿਸਟਰ ਸਾਹਿਬ ਦੀ ਸਪੀਚ ਦੇ ਵਿੱਚ ਮੈਂ ਸ਼ਬਦ ਗ੍ਰਾਮ ਸਭਾ ਸੁਣਨ ਨੂੰ ਤਰਸਦਾ ਰਹਿ ਗਿਆ। ਉਹਨਾਂ ਨੇ ਮੈਂਸ਼ਨ ਤੱਕ ਨਹੀਂ ਕੀਤਾ ਕਿ ਇਹ ਵੀ ਕੋਈ ਚੀਜ਼ ਹੁੰਦੀ ਹੈ ਜਿਹਦੇ ਲਈ ਅਸੀਂ ਕੋਈ ਹੀਲੇ ਵਸੀਲੇ ਕਰਨੇ ਹੁੰਦੇ ਹਨ। ਜਿਹੜਾ ਰਹਿ ਗਿਆ ਮਨਰੇਗਾ ਦਾ ਇਸ਼ੂ, ਉਹਨੇ ਤਾਂ ਸਭ ਤੋਂ ਦੱਬੇ ਕੁਚਲੇ ਨੇ, ਜਿਹੜੇ ਬੇਸਿਕਲੀ ਲੋਕ ਉਹ ਆਪਣਾ ਜਿਸਮ ਵੇਚਦੇ ਨੇ ਨਾ। ਆਈ ਸੈਲ ਮਾਈ ਮਸਕੂਲਰ ਪਾਵਰ, ਕਿ ਮੈਂ ਆਪਣੇ ਹੱਥੀਂ ਕੰਮ ਕਰ ਸਕਦਾ, ਮੇਰੀਆਂ ਹੱਡੀਆਂ ਤੇ ਮੇਰਾ ਹੱਡ ਮਾਸ ਇੰਨਾ ਚੱਲਦਾ ਕਿ ਮੇਥੋਂ ਸਾਰਾ ਦਿਨ ਕੁਹਾੜਾ ਫਾਵੜਾ ਚਲਵਾ ਲਵੋ ਤੇ ਉਹਦੇ ਬਦਲੇ ਮੈਨੂੰ ਸ਼ਾਮ ਨੂੰ ਪੈਸੇ ਦੇ ਦਿਓ। ਉਹਨਾਂ ਲੋਕਾਂ ਨੂੰ ਅਸੀਂ 2010 ਦੇ ਵਿੱਚ ਇਹ ਕਾਨੂੰਨ ਬਣਾ ਦਿੱਤਾ ਸੀ ਕਿ ਜੇ ਅਸੀਂ ਉਹਨਾਂ ਨੂੰ ਰੋਜ਼ਗਾਰ ਨਹੀਂ ਦੇ ਸਕੇ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਏਗਾ। ਮਨਰੇਗਾ, ਕਿਉਂਕਿ ਉਹਨਾਂ ਨੂੰ ਮਨਰੇਗਾ ਦੇ ਅਧੀਨ ਵੀ ਰੋਜ਼ਗਾਰ ਨਹੀਂ ਮਿਲ ਸਕਿਆ, ਉਹਨਾਂ ਨੂੰ ਭੱਤਾ ਦਿੱਤਾ ਜਾਵੇਗਾ। 2010 ਤੋਂ ਬਾਅਦ ਅਸੀਂ ਉਹਦੇ ਨਿਯਮ ਨਹੀਂ ਬਣਾਏ। ਜਿਸ ਦਿਨ ਨਿਯਮ ਬਣ ਜਾਣਗੇ ਉਸੇ ਦਿਨ ਇੰਨੇ ਕਰੋੜ ਦਾ ਭੱਤਾ ਜਾਣਾ ਸ਼ੁਰੂ ਹੋ ਜਾਏਗਾ ਤੇ 2010 ਤੋਂ ਲੈ ਕੇ ਅੱਜ ਤੱਕ ਦਾ ਜਿੰਨਾ ਭੱਤਾ ਬਚਦਾ ਹੈ ਉਹ ਜੇ ਮਾਈਨਸ ਕਰ ਦਿਓ ਇਹ ਬਾਕੀ ਦੇ ਤੁਹਾਡੇ 4000 ਕਰੋੜ ਦੇ ਵਿੱਚੋਂ, ਤੇ ਮੈਨੂੰ ਦੱਸੋ ਜੇ ਖੇਤੀਬਾੜੀ ਲਈ 1 ਪੈਸਾ ਵੀ ਬਚਦਾ ਹੈ ਤੇ ਸਰਕਾਰ ਦਾ ਬਜਟ ਕਾਮਯਾਬ ਹੈ। ਜੇ 1 ਰੁਪਈਆ ਬਚਦਾ, ਜੇ 1 ਰੁਪਈਆ ਵੀ ਖੇਤੀ ਲਈ ਇਸ ਬਜਟ ਦੇ ਵਿੱਚ ਤਾਂ ਸਰਕਾਰ ਕਾਮਯਾਬ ਹੈ। ਮੈਨੂੰ ਲੱਗਦਾ ਜਿਹੜਾ 655 ਕਰੋੜ ਮਨਰੇਗਾ ਲਈ ਰੱਖਿਆ ਹੈ, ਹਾਂ, ਔਰ ਉਹ ਵੀ ਗਵਰਨਮੈਂਟ ਆਫ ਇੰਡੀਆ ਦਾ ਵੀ ਉਹ 'ਚ ਹਿੱਸਾ ਹੈ ਨਾ, ਤੁਸੀਂ ਕਿੰਨਾ ਕੁ ਰੱਖਿਆ, ਉਹ ਮਟੀਰੀਅਲ ਕਾਸਟ ਹੈ ਜੀ। ਦਿਹਾੜੀ ਤਾਂ 100% ਗਵਰਨਮੈਂਟ ਆਫ ਇੰਡੀਆ ਤੋਂ ਆਉਂਦੀ ਹੈ। ਬਿਲਕੁਲ, ਜੇ ਬੇਰੁਜ਼ਗਾਰੀ ਭੱਤਾ ਦੇਣਾ ਪੈ ਜੇ ਸ਼ਾਇਦ 655 ਸਾਰਾ ਬੇਰੁਜ਼ਗਾਰੀ ਭੱਤਾ ਹੀ ਚਲਾ ਮੈਂ ਤਾਂ ਹੀ ਕਹਿ ਰਿਹਾ 1 ਰੁਪਈਆ ਵੀ ਨਹੀਂ ਬਚ ਰਿਹਾ ਰੁਪਈਆ ਬਚਣ ਦਾ ਚਾਂਸ। ਜੇ ਇੱਕ ਐਗਰੀਰੀਅਨ ਸਟੇਟ ਆਪਣੇ ਐਗਰੀਰੀਅਨ ਸੈਕਟਰ ਲਈ ਆਪਣੇ ਬਜਟ ਦੇ ਵਿੱਚ ਹਕੀਕੀ ਤੌਰ ਦੇ ਉੱਤੇ 1 ਰੁਪਈਆ ਨਹੀਂ ਰੱਖ ਰਹੀ ਤਾਂ ਘੱਟੋ ਘੱਟ ਇਹ ਡਰਾਮਾ ਬੰਦ ਕਰ ਦਿਓ ਕਿ ਤੁਸੀਂ ਕੋਈ ਐਨੂਅਲ ਬਜਟ ਪੇਸ਼ ਕੀਤਾ। ਇਹ ਜਿਹੜੇ ਖਾਕੇ ਬਣਦੇ ਨੇ ਨਾ, ਇੱਕ ਪਾਸੇ ਕ੍ਰੈਡਿਟ ਤੇ ਇੱਕ ਪਾਸੇ ਡੈਬਿਟ ਤੇ ਲਿਆ ਕੇ ਰਕਮਾਂ ਬਰਾਬਰ ਕਰਨੀਆਂ ਨੇ, ਇਹ ਮੁਨਸ਼ੀਆਂ ਦਾ ਕੰਮ ਹੈ, ਇਹ ਅਕਾਊਂਟੈਂਸੀ ਦਾ ਸਵਾਲ ਹੈ। ਬਜਟ ਪੋਲੀਟੀਕਲ ਇਕਨੋਮੀ ਦੇ ਨਾਲ ਸੰਬੰਧ ਰੱਖਦਾ। ਮੈਂ ਸਰਕਾਰ ਦੀ ਪੋਲੀਟੀਕਲ ਇਕਨੋਮੀ ਦੀ ਭਾਸ਼ਾ ਸਮਝਣੀ ਚਾਹੁੰਦਾ। ਤੁਸੀਂ ਮੇਰੀਆਂ ਉਹਨਾਂ ਬੱਚੀਆਂ ਨੂੰ ਜਿਨ੍ਹਾਂ ਨੂੰ ਤੁਸੀਂ ਕਿਹਾ ਸੀ ਕਿ ਤੁਸੀਂ ਸਮਾਜ ਦੇ ਵਿੱਚ ਬਹੁਤ ਸਦੀਆਂ ਤੋਂ ਦੱਬੇ ਕੁਚਲੇ ਹੋ, ਤੁਸੀਂ ਸ਼ੈਡਿਊਲਡ ਕਾਸਟ ਨੂੰ, ਬੈਕਵਰਡ ਕਲਾਸਿਸ ਨੂੰ, ਇਕਨੋਮਿਕਲੀ ਵੀਕਰ ਸੈਕਸ਼ਨਸ ਨੂੰ ਬਿਲੋਂਗ ਕਰਦੇ ਹੋ, ਤੇ ਅਸੀਂ ਨਾ ਤੁਹਾਨੂੰ 21000 ਰੁਪਏ ਸ਼ਗਨ ਦੀ ਜਗ੍ਹਾ ਤੇ 51000 ਰੁਪਏ ਸ਼ਗਨ ਦਿਆਂਗੇ, ਤੇ 51000 ਤੇ ਰਕਮ ਹੁਣ ਵੱਡੀ ਹੋ ਗਈ, ਇਹਦਾ ਨਾਮ ਹੀ ਹੁਣ ਸ਼ਗਨ ਥੋੜੀ ਰੱਖਣਾ, ਇਹਦਾ ਨਾਂ ਅਸੀਂ ਆਸ਼ੀਰਵਾਦ ਰੱਖ ਦਿਆਂਗੇ। ਇਹ 51000 ਆਸ਼ੀਰਵਾਦ ਤੁਹਾਨੂੰ ਦਿਆਂਗੇ, ਵਾਅਦਾ ਕਰ ਦਿੱਤਾ, ਤੇ ਠੂਠਾ ਤੁਹਾਡੇ ਹੱਥ ਫੜਾਵਾਂਗੇ, ਬਜਟ ਦੇ ਵਿੱਚ ਉਹਦੇ ਲਈ 1 ਪੈਸਾ ਨਹੀਂ ਰੱਖਾਂਗੇ। ਅੱਜ ਸਾਲ ਹੋਣ ਨੂੰ ਆਇਆ ਔਰ ਇਹ ਵੀ ਮੈਂ ਇੱਕ ਵੀ ਬੱਚੀ ਨੂੰ ਇਹ ਪੈਸਾ ਨਹੀਂ ਮਿਲਿਆ ਕਿ ਪਿਛਲੇ ਬਜਟ 'ਚ 150 ਕਰੋੜ ਰੱਖਿਆ ਸੀ ਜੀ, ਉਹਦਾ 1 ਪੈਸਾ ਕਿੱਧਰ ਗਿਆ? ਜੇ ਸਾਰੇ ਸਾਲ 'ਚ ਜਿੰਨਾ ਕੁ ਰੱਖਿਆ ਸੀ ਜੇ ਉਹ ਵੀ ਨਹੀਂ ਹੈ। ਮੇਰੀ ਸਰਕਾਰ ਨੂੰ ਹੁਣ ਇੱਕੋ ਹੀ ਬੇਨਤੀ ਹੈ ਕਿ ਜਦੋਂ ਆਪਾਂ 21 ਤੋਂ 51000 ਕਰ ਦਿੱਤਾ ਤੇ ਦੇਣਾ ਕੱਖ ਵੀ ਨਹੀਂ, ਤਾਂ ਘੱਟੋ ਘੱਟ ਤੁਸੀਂ 51 ਤੋਂ ਉਹਨੂੰ 1 ਲੱਖ ਕਰ ਦਿਓ, ਦਈਓ ਕੱਖ ਵੀ ਨਾ। ਸਾਨੂੰ ਇਹ ਤਾਂ ਲੱਗੇ ਕਿਸੇ ਬੱਚੀ ਨੂੰ ਕਿ ਮੇਰਾ ਘਾਟਾ ਹੀ ਘੱਟੋ ਘੱਟ ਲੱਖ ਦਾ, ਮੈਂ ਲੱਖ ਦੇ ਘਾਟੇ 'ਚ ਹਾਂ, ਉਹਨੂੰ 51000 ਦੇ ਘਾਟੇ 'ਚ ਹੈ। ਮੈਂ ਪੰਜਾਬ ਦੀਆਂ ਬਾਕੀ ਨੌਜਵਾਨ ਬੱਚੀਆਂ ਨੂੰ ਬੜਾ ਕਲੀਅਰਲੀ ਇਹ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਇਸ ਪੈਸੇ ਦਾ ਇੰਤਜ਼ਾਰ ਨਾ ਕਰੋ। ਜੇ ਤੁਸੀਂ ਆਪਣਾ ਵਿਆਹ ਸ਼ਾਦੀ ਦਾ ਪਲਾਨ ਕਰ ਰਹੇ ਹੋ, ਇਹ ਪੈਸਾ ਕੋਈ ਨਹੀਂ ਜੇ ਆਣਾ। ਇਹ ਬਾਪੂ ਹੋਰਾਂ ਨੂੰ ਗੱਲ ਕਰਕੇ, ਰਿਸ਼ਤੇਦਾਰਾਂ ਨਾਲ ਗੱਲ ਕਰਕੇ ਆਪਣੇ ਵਿਆਹ ਦੇ ਪਲਾਨ ਇਹਨੂੰ ਸਖਣੇ ਸਮਝ ਕੇ ਬਣਾਓ। ਇਹ ਸਰਕਾਰਾਂ ਮਾਈ ਬਾਪ ਜੇ ਹੁੰਦੀਆਂ ਨੇ ਤਾਂ ਅਸੀਂ ਫਿਰ ਯਤੀਮਾਂ ਵਾਂਗ ਹੀ ਰਹਿ ਰਹੇ ਹਾਂ।
ਇੱਕ ਵਿਧਾਨ ਸਭਾ ਦੇ ਵਿੱਚ ਕੁਐਸਚਨ ਆਇਆ ਸੀ 2 ਦਿਨ ਜੀ। ਪਹਿਲਾਂ ਹੀ ਹੈ ਜੀ, ਜੀ ਉਹ ਸੀ ਬੁਢਾਪਾ, ਵਿਧਵਾ ਤੇ ਅੰਗਹੀਣ ਜੀ ਤੇ ਬੇਸਹਾਰਾ ਜੀ ਪੈਨਸ਼ਨ ਦੇ ਬਾਰੇ। ਜੀ ਔਰ ਉਹਨਾਂ 'ਤੇ ਵੀ ਤੁਸੀਂ ਇੱਕ ਪ੍ਰਪੋਜ਼ਲ ਦਿੱਤੀ ਸੀ ਆਪਣੀਆਂ ਗਰੰਟੀਆਂ ਦੇ ਵਿੱਚ, ਉਦੋਂ ਪਹਿਲੇ ਮੈਨੀਫੈਸਟੋ 'ਚ ਵੀ ਅਸੀਂ 2500 ਕਰਾਂਗੇ, ਬਿਲਕੁਲ। ਹਰਿਆਣਾ 2500 ਦੇ ਵੀ ਰਿਹਾ। ਹੂੰ ਤੇ ਮਿਨਿਸਟਰ ਨੇ ਜਵਾਬ ਦਿੱਤਾ, ਇਹ ਜੀਰੇ ਹਲਕੇ ਦਾ ਇੱਕ ਕੁਐਸਚਨ ਸੀ ਜੀ ਇਕੱਲਾ, ਜੀ ਉਹ 2 ਕਰੋੜ 70 ਲੱਖ ਤੱਕ ਚਲਾ ਗਿਆ, ਮਤਲਬ ਵੀ ਇੱਕੋ ਬੈਲੈਂਸ ਪਿਆ ਜਿਹੜਾ। ਜਿਹੜਾ ਬੈਲੈਂਸ ਤਾਂ ਉਹ ਆਸ਼ੀਰਵਾਦ ਸਕੀਮ ਦਾ, ਜਿਹੜਾ ਬਾਕੀ ਦਾ ਬੈਲੈਂਸ ਜਿਹੜਾ ਸੀਗਾ, ਜੀ ਔਰ ਉਹ ਸਾਰੇ ਮਾਮਲੇ ਦੇ ਵਿੱਚ ਵੀ ਮੰਤਰੀ ਨੇ ਇਹ ਕਿਹਾ ਹੂੰ ਕਿ ਵਧਾਵਾਂਗੇ ਜੀ, ਪਰ ਫਾਈਲ ਵਿੱਤ ਵਿਭਾਗ ਨੂੰ ਮਨਜ਼ੂਰੀ ਲਈ ਗਈ ਹੋਈ ਹੈ, ਜਦੋਂ ਪੈਸੇ ਅਵੇਲੇਬਲ ਹੋ ਜਾਂਦੇ ਨੇ ਵਿੱਤ ਵਿਭਾਗ ਦੇ, ਹੂੰ ਉਦੋਂ ਤੋਂ ਪੈਨਸ਼ਨ ਆਪਾਂ 2500 ਕਰ ਇਹ ਬੜਾ ਦਾਂਗੇ ਜਾ ਅੱਛਾ ਕੇ ਜਵਾਬ ਲੈ। ਹੈ। ਇੱਕ ਤੇ ਜਵਾਬ ਤੇ ਬਿਲਕੁਲ ਹੁਣ ਸੱਚਾ ਹੈ। ਮਿਨਿਸਟਰ ਸਾਹਿਬ ਅੱਜ ਵਿੱਤ ਮੰਤਰੀ ਨੇ ਬੋਲਣਾ ਸੀ ਤਾਂ ਵਿੱਤ ਵਿਭਾਗ ਦੇ ਤਾਂ ਅੱਜ ਤੇ ਹੈਡ ਵਿੱਤ ਨੇ। ਵਿਭਾਗ ਹੀ ਬੋਲ ਰਿਹਾ ਸੀਗਾ, 2-2.5 ਘੰਟੇ ਵਿੱਤ ਵਿਭਾਗ ਹੀ ਬੋਲਦਾ ਰਿਹਾ। ਵੈਸੇ ਮੈਨੂੰ ਲੱਗਦਾ ਇਹ ਜਵਾਬ ਸਭ ਤੋਂ ਸੱਚਾ ਹੁੰਦਾ। ਤੁਸੀਂ ਕਿਸੇ ਵੀ ਚੀਜ਼ ਬਾਰੇ ਕਹਿ ਸਕਦੇ ਹੋ ਕਿ ਫਾਈਲ ਵਿੱਤ ਵਿਭਾਗ ਨੂੰ ਭੇਜੀ ਹੋਈ ਹੈ, ਇਹ ਹਮੇਸ਼ਾ ਸੱਚ ਹੋਵੇਗਾ ਤੇ ਇਹਦਾ ਮਤਲਬ ਹੁੰਦਾ ਵੀ ਕੁਝ ਨਹੀਂ ਹੋਣਾ। ਪੰਜਾਬੀ ਕਰਦੇ ਹੁੰਦੇ ਨੇ ਨਾ, ਕਮੇਟੀ ਕਿਹਨੂੰ ਕਹਿੰਦੇ ਨੇ, ਉਹ ਕਹਿੰਦੇ ਕੰਮ ਮੇਟੀ, ਜਦੋਂ ਕੰਮ ਨਾ ਕਰਨਾ ਹੋਵੇ ਉਦੋਂ ਕਮੇਟੀ ਹੁੰਦੀ ਹੈ। ਇਹ ਵਿੱਤ ਵਿਭਾਗ ਸਾਡਾ ਉਹਦਾ ਨਾਮ ਹੋ ਗਿਆ। ਇਹ ਦੇਖੋ ਅਸੀਂ ਆਪਣੀਆਂ ਪ੍ਰਾਇੋਰਟੀਜ਼ ਕਿੱਥੇ ਰੱਖੀ ਬੈਠੇ ਹਾਂ। 1000 ਰੁਪਏ ਵਿਮਨ ਨੂੰ ਦੇਣਾ ਉਹ ਤੁਹਾਡੀ ਇੱਕ ਪੋਲੀਟੀਕਲ ਡਿਸੀਜਨ ਸੀਗਾ ਕਿ ਇਹਦੇ ਨਾਲ ਵੋਟਾਂ ਆਉਂਦੀਆਂ ਨੇ, ਤੇ ਤੁਸੀਂ ਇਹ ਕਹਿ ਰਹੇ ਹੋ ਕਿ ਠੀਕ ਹੈ ਇਹ ਸਾਡਾ ਪਹਿਲਾ ਬਜਟ ਹੈ, ਸਾਡੇ ਕੋਲ 5 ਸਾਲ ਲਈ ਇਹ ਮੈਂਡੇਟ ਹੈ, ਅਸੀਂ ਇਹ ਗਰੰਟੀ ਪੂਰੀ ਕਰਾਂਗੇ। ਮੈਨੂੰ ਲੱਗਦਾ ਸਿਰਫ ਸਰਕਾਰ ਇੰਨਾ ਸਪਸ਼ਟ ਕਰ ਦਿੰਦੀ ਕਿ ਅਸੀਂ ਇਸ ਵਾਰੀ ਨਹੀਂ ਦੇ ਪਾ ਰਹੇ, ਬਜਟ ਦੇ ਵਿੱਚ ਨਹੀਂ ਆ ਉਹਨਾਂ ਸਕੋਪ, ਵਿਚ ਇਜ਼ ਆਲ ਰਾਈਟ। ਵਿਰੋਧੀ ਕ੍ਰਿਟਿਸਾਈਜ਼ ਕਰਨਗੇ, ਕਰਦੇ ਰਹਿਣ, ਪਰ ਸਰਕਾਰ ਇਹ ਗੱਲ ਕਹਿ ਸਕਦੀ ਹੈ। ਹਾਂ, ਇੰਨਾ ਸਪਸ਼ਟ ਕਰ ਦਿੰਦੀ ਕਿ ਅਸੀਂ ਜਦੋਂ ਵੀ ਕਰਾਂਗੇ ਵਿਦ ਰਿਟਰੋਸਪੈਕਟਿਵ ਇਫੈਕਟ ਕਰਾਂਗੇ, ਕਿ ਅਸੀਂ ਜਦੋਂ ਤੋਂ ਆਏ ਹਾਂ ਉਦੋਂ ਤੋਂ ਲੈ ਕੇ ਤੁਹਾਡੇ ਬਣਦੇ ਪੈਸੇ ਦੇ ਦਿਆਂਗੇ। ਜੇ ਤੁਸੀਂ ਅਜਿਹਾ ਨਹੀਂ ਕਰਦੇ, ਇਹ ਨਹੀਂ ਕਹਿੰਦੇ, ਤਾਂ ਫਿਰ ਇਹ ਲੋਕਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਕਿ ਬਜਟ ਵਿੱਚ ਭਾਵੇਂ ਵਿੱਤ ਮੰਤਰੀ ਸਾਹਿਬ ਨੇ ਕਿਹਾ ਨਹੀਂ ਹੈ, ਪਰ ਪੰਜਾਬ ਦੀ ਹਰ 18 ਸਾਲ ਤੋਂ ਉੱਪਰ ਦੀ ਔਰਤ ਦਾ ਸਾਲ ਦਾ 12,000 ਰੁਪਏ ਦਾ ਜ਼ਾਤੀ ਘਾਟਾ ਅਨਾਉਂਸ ਕਰ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ ਕਿ ਜੇ ਨਹੀਂ ਮਿਲਨੇ ਤਾਂ ਫਿਰ 12,000 ਰੁਪਏ ਦਾ ਘਾਟਾ ਹੋ ਗਿਆ। ਜੇ 1 ਸਾਲ ਹੋਰ ਡਿਲੇ ਹੋਏਗਾ ਤਾਂ 12,000 ਰੁਪਏ ਹੋਰ ਦਾ ਹੋ ਗਿਆ। ਹੁਣ ਪੰਜਾਬ ਦੀਆਂ ਔਰਤਾਂ ਕੁੱਲ ਆਪਣੇ ਕਿੰਨੇ ਵੋਟਰ ਨੇ, ਪੰਜਾਬ ਦੀਆਂ ਔਰਤ ਵੋਟਰ ਕਿੰਨੇ ਨੇ? ਲਗਭਗ ਕਰੋੜ ਦੇ ਆਸ-ਪਾਸ ਦੇ, ਲਗਭਗ ਨੇੜੇ ਤੇੜੇ ਚਲੀ ਗਈ, ਲਗਭਗ ਨੇੜੇ ਤੇ ਨੀਅਰਲੀ ਕਰੋੜ ਟੱਚ ਕਰ ਰਹੇ ਨੇ। ਸੋ 1 ਕਰੋੜ ਔਰਤਾਂ ਦੇ ਵਿੱਚੋਂ ਹਰੇਕ ਦਾ 12,000 ਰੁਪਏ ਮਹੀਨੇ ਦਾ ਘਾਟਾ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅਨਐਲਾਨਿਆ ਅਨਾਉਂਸ ਕੀਤਾ ਸਮਝਿਆ ਜਾਵੇ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਇਸ ਫਿਗਰ ਦੇ ਵਿੱਚ। ਬਿਲਕੁਲ। ਔਰ ਇਹਦੇ ਨਾਲ ਦੀ ਨਾਲ ਸਵਾਲ ਇਹ ਵੀ ਹੈ, ਤੇ ਦੂਜੇ ਪਾਸੇ ਵਿੱਤ ਮੰਤਰੀ ਜੋ ਖਾਕਾ ਪੇਸ਼ ਕਰਦੇ ਨੇ ਸਾਡੇ ਸਾਹਮਣੇ ਅੱਜ, ਜੇ ਆਪਾਂ ਥੋੜੀ ਜਿਹੀ ਆਰਥਿਕਤਾ ਦੀ ਵੀ ਗੱਲ ਕਰੀਏ ਕਿ ਉਹ ਕਿਉਂ ਨਹੀਂ ਜ਼ਿਆਦਾ, ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਜੀ ਇਹ ਟੈਕਸ ਰਹਿਤ ਬਜਟ ਹੈ। ਦੇਖੋ ਫਿਰ ਵੀ ਨਾ ਅਸੀਂ ਬਿਲਕੁਲ ਕਿਸੇ ਤੇ ਪੁਹਾਰ ਨਹੀਂ ਪਾਇਆ, ਹਾਲਾਂਕਿ ਇਹ ਗੱਲ ਆਪਾਂ ਉਹ ਯੂਨੀਅਨ ਬਜਟ ਵੇਲੇ ਵੀ ਕਰ ਰਹੇ ਸੀ ਕਿ ਟੈਕਸ ਹੁਣ ਲਾਉਣ ਦੀ ਬਜਟਾਂ 'ਚ ਲੋੜ ਕੀ ਰਹਿ ਗਈ ਹੈ ਨਾ। GST ਵਧਾਉਣੀ ਹੈ, ਉਹ GST ਕੌਂਸਲ ਤੈਅ ਕਰਦੀ ਹੈ। ਵੈਟ ਤੁਸੀਂ ਹੁਣੇ ਅਜੇ ਫਰਵਰੀ 'ਚ ਵਧਾ ਕੇ ਹਟੇ ਹੋ, 3 ਫਰਵਰੀ ਨੂੰ 90 ਪੈਸੇ ਡੀਜ਼ਲ ਔਰ ਪੈਟਰੋਲ ਤੇ, ਸਾਲਾਨਾ 500 ਕਰੋੜ ਰੁਪਏ ਦਾ ਬੋਝ ਲੋਕਾਂ ਦੇ ਪਿਆ ਐਸੇ ਫਰਵਰੀ 'ਚ। ਤਾਂ ਜਾਂ ਉਹਨੂੰ ਬਜਟ 'ਚ ਲੈ ਆਉਂਦੇ। ਫਿਰ ਇੱਕ ਤਾਂ ਇਹ ਜਿਹੜਾ ਮੈਨੂੰ ਲੱਗਦਾ ਕਿ ਐਕਚੁਅਲੀ ਬਜਟ ਵਾਲੇ ਦਿਨ ਬਜਟ ਨਹੀਂ ਹੁੰਦਾ, ਬਜਟ ਸਾਰਾ ਸਾਲ ਹੁੰਦਾ ਔਰ ਸੈਕੰਡ ਗੱਲ ਇਹ ਕਿ ਜਦੋਂ ਉਹ ਫਿਰ ਨਾਲ ਆਪ ਦੱਸਦੇ ਨੇ ਕਿ ਸਾਡਾ ਕਰਜ਼ਾ ਹੈ ਜਿਹੜਾ ਉਹ 3,47,000 ਕਰੋੜ ਤੱਕ ਚਲਾ ਜਾਏਗਾ ਐਸੇ ਸਾਲ ਦੇ ਅੰਤ ਤੱਕ। ਤੇ ਉਹ ਇੱਕ ਫਿਗਰ ਦਿੰਦੇ ਨੇ ਸਾਡਾ ਕਿੰਨਾ ਹੈ, ਉਹ ਕਹਿੰਦੇ ਸਾਡੇ ਕੋਲ ਨਾ ਲਗਭਗ 94,000 ਕਰੋੜ ਰੁਪਈਆ ਤਾਂ ਕਮਿਟਡ ਐਕਸਪੈਂਡੀਚਰ, ਮਤਲਬ ਜਿਹੜਾ ਦੇਣਾ ਹੀ ਪਏਗਾ, ਸਾਡੇ ਕੋਲ ਕੁਝ ਨਹੀਂ ਹੈ। 22,000 ਕਰੋੜ ਰੁਪਏ ਕਹਿੰਦੇ ਕਰਜ਼ੇ ਦਾ ਵਿਆਜ ਦੇਣਾ ਪੈਂਦਾ ਜੀ, ਵਧੂਗਾ ਹੀ ਜੇ ਹੋਰ ਕਰਜ਼ਾ ਲੈਣਗੇ ਜਿਹਦੇ ਚ ਵਧੂਗਾ। 52,000 ਕਰੋੜ ਤੋਂ ਜ਼ਿਆਦਾ ਜਿਹੜਾ ਤਨਖਾਹਾਂ ਤੇ ਪੈਨਸ਼ਨ ਦਾ ਬਜਟ ਹੈ, ਤੇ ਇਹ ਕਹਿੰਦੇ 21,000 ਕਰੋੜ ਰੁਪਈਆ ਬਿਜਲੀ ਦੀ ਸਬਸਿਡੀ, ਜਿਹੜਾ ਸਭ ਤੋਂ ਜ਼ਿਆਦਾ ਅੱਜ ਗੱਲ ਹੋਈ ਕਿ 90% ਪਰਿਵਾਰਾਂ ਨੂੰ ਮੁਫਤ ਬਿਜਲੀ ਦਾ ਉਹ ਆਈ ਹੈ, ਜ਼ੀਰੋ ਬਿੱਲ ਆਇਆ। ਔਰ ਨਾਲ ਦੀ ਨਾਲ ਤੁਸੀਂ ਕਹਿ ਰਹੇ ਹੋ ਕਿ ਸਾਡਾ ਵਿੱਤੀ ਘਾਟਾ 24,500 ਕਰੋੜ ਦਾ, ਇਹ 1,96,000 ਕਰੋੜ ਚੋਂ 1,19,000 ਕਰੋੜ ਰੁਪਈਆ ਬਣਦਾ ਹੈ ਜਿਹੜਾ ਤੁਸੀਂ ਉਧਰ ਲਾ ਦੇਣਾ। ਬਾਕੀ ਡੈਫਿਸਿਟ ਅਜੇ ਪਿਆ, ਬਾਕੀ ਪਿਆ ਤੇ ਉਹ ਪੈਸੇ ਲੋਨ ਦੇ ਵਿੱਚ ਐਡ ਹੋਏਗਾ, ਲੋਨ ਦੇ ਵਿੱਚ ਡੈਟ ਦੇ ਵਿੱਚ ਐਡ ਹੋ ਜਾਏਗਾ। ਉਹ ਕਿੱਥੋਂ ਆਏਗਾ? ਫਿਰ ਜਿਹੜੇ ਇਹੋ ਜਿਹੇ ਤੁਸੀਂ ਵਾਅਦੇ ਕਰਕੇ, ਇਹਦਾ ਮਤਲਬ ਹੈ FRBM ਦੇ ਨੋਰਮਸ ਵੀ ਟੁੱਟਣਗੇ। ਕਹਿਣ ਨੂੰ ਫਿਸਕਲ ਡੈਫਿਸਿਟ ਤੁਹਾਡਾ 3.5 ਦੇ ਆਸ-ਪਾਸ ਹੈਗਾ, ਪਰ ਜੇ ਇਹ ਡੈਟ ਦੇ ਵਿੱਚ ਐਡ ਹੁੰਦਾ ਤਾਂ ਫਿਰ ਜਿਹੜੇ FRBM ਜਿਹੜੇ ਫਿਸਕਲ ਰਿਸਪੌਂਸਿਬਿਲਟੀ ਨੋਰਮਸ ਨੇ ਗਵਰਨਮੈਂਟ ਆਫ ਇੰਡੀਆ ਵਾਲੇ, ਫਿਰ ਉਹ ਵੀ ਟੁੱਟਣਗੇ। ਅਜੇ ਕਿ ਮੈਂ ਕੋਈ ਉਹਦਾ ਬਹੁਤ ਵੋਟਰੀ ਨਹੀਂ ਆ ਕਿ ਉਹ ਕੋਈ ਬੜੀ ਪਵਿੱਤਰ ਚੀਜ਼ ਹੈਗੀ ਹੈ ਤੇ ਨਹੀਂ ਟੁੱਟਣਾ ਚਾਹੀਦਾ। ਜੇ ਉਹਦੇ 'ਚ ਜੇ ਲੋਕਾਂ ਦੇ ਭਲੇ ਦਾ ਕੋਈ ਕੰਮ ਹੁੰਦਾ ਤੇ ਫਿਸਕਲ ਡੈਫਿਸਿਟ ਦਾ ਵੀ ਇੱਕ ਅਨਨੈਸੈਸਰੀ ਅਸੀਂ ਇੱਕ ਆਰਗੂਮੈਂਟ ਇਸ ਦੇਸ਼ ਦੇ ਵਿੱਚ ਬਣਾ ਰੱਖਿਆ, ਔਰ ਇਹ ਬੜਾ IMF ਵਰਲਡ ਬੈਂਕ ਵਾਲੀ ਸੋਚ ਤੋਂ ਆਰਗੂਮੈਂਟ ਉਤਪੰਨ ਹੋਇਆ।
ਪਰ ਸਰਕਾਰ ਨੂੰ ਇਹ ਕਲੀਅਰ ਕਰਨਾ ਚਾਹੀਦਾ ਕਿ ਐਕਚੁਅਲੀ ਇਹ 3.5 ਨਹੀਂ ਹੈਗਾ। ਤੁਸੀਂ ਇਹ ਦੇਖੋ, ਇਹ ਜਿਹੜੀਆਂ ਇਹ ਆਡਿਟ ਵਾਲੀਆਂ ਚੋਰ ਮੋਰੀਆਂ ਜੀਆਂ ਹੁੰਦੀਆਂ ਨੇ ਨਾ, ਜਿਹੜੀਆਂ ਫਿਗਰਸ ਦੇ ਨਾਲ ਬਣਾਈਆਂ ਜਾਂਦੀਆਂ ਨੇ, ਮੈਨੂੰ ਲੱਗਦਾ ਹੈ ਇਹ ਇੱਕ ਵੀਕ ਆਪੋਜੀਸ਼ਨ ਦੀ ਵੀ ਨਿਸ਼ਾਨੀ ਹੈ। ਜੇ ਤੁਹਾਡੇ ਕੋਲ ਉਸ ਕਿਸਮ ਦਾ ਇੱਕ ਸ਼ੈਡੋ ਫਾਈਨੈਂਸ ਮਿਨਿਸਟਰ ਹੋਵੇ, ਅੱਜ ਦੇ ਦਿਨ ਪੱਤਰਕਾਰ ਕਿਸ ਦੀ ਪ੍ਰੈਸ ਕਾਨਫਰੰਸ ਦੀ ਉਮੀਦ ਕਰ ਰਹੇ ਸੀ ਕਿ ਜਿਸ ਤਰ੍ਹਾਂ ਹੀ ਫਾਈਨੈਂਸ ਮਿਨਿਸਟਰ ਦੀ ਪ੍ਰੈਸ ਕਾਨਫਰੰਸ ਖਤਮ ਹੋਏਗੀ, ਵਿਰੋਧੀ ਧਿਰ ਵੱਲੋਂ ਇੱਕ ਸਟਰੋਂਗ ਪ੍ਰੈਸ ਕਾਨਫਰੰਸ ਇਮੀਡੀਏਟਲੀ ਵਿਦ ਫੈਕਟਸ ਐਂਡ ਫਿਗਰਸ ਨਾਲ ਹੀ ਕਰ ਦਿੱਤੀ ਜਾਵੇਗੀ, ਜਿਹਦੇ ਵਿੱਚ ਉਹ ਗੱਲਾਂ ਕੀਤੀਆਂ ਜਾਣਗੀਆਂ ਜਿਹੜੀਆਂ ਦਰਅਸਲ ਤੁਸੀਂ ਹੁਣ ਕਰ ਰਹੇ ਹੋ। ਉਹਦੇ ਲਈ ਅਸੀਂ ਕਿਹੜੇ ਨੇਤਾ ਤਿਆਰ ਕੀਤੇ ਨੇ ਵਿਰੋਧੀ ਧਿਰ ਦੇ, ਇਹ ਵੀ ਇੱਕ ਮੁਸ਼ਕਲ ਹੈ। ਮੈਨੂੰ ਤੇ ਅੱਜ ਦੇ ਦਿਨ ਤਾਂ ਚੰਗਾ ਲੱਗਦਾ ਕਿ ਜੇ ਸੱਚਮੁੱਚ ਬੀਜੇਪੀ ਨੇ ਪੰਜਾਬ ਦੇ ਵਿੱਚ ਕੋਈ ਰਾਜਨੀਤਿਕ ਫੋਰਸ ਬਣਨਾ ਤਾਂ ਮਨਪ੍ਰੀਤ ਬਾਦਲ ਹਰੀ ਵੀ ਇੱਕ ਮੇਜ਼ ਬਾਹਰ ਲਗਾ ਲੈਂਦੇ ਤੇ ਉਹ ਆਪਣਾ ਆਲਟਰਨੇਟਿਵ ਇੱਕ ਬਜਟ ਪੇਸ਼ ਕਰਦੇ ਕਿ ਇਹ ਬੀਜੇਪੀ ਦਾ ਵਿਜ਼ਨ, ਜੇ ਉਹਦੀ ਪੰਜਾਬ ਦੀ ਖੇਤੀ ਬਾਰੇ, ਪੰਜਾਬ ਦੇ ਉਦਯੋਗ ਬਾਰੇ, ਪੰਜਾਬ ਦੇ ਸ਼ਹਿਰਾਂ ਪਿੰਡਾਂ ਬਾਰੇ, ਸਾਡੇ ਜਿਹੜੇ ਦਬੇ ਕੁਚਲੇ ਲੋਕ ਨੇ, ਹਾਸ਼ੀਆਗ੍ਰਸਤ ਲੋਕ ਨੇ, ਉਹਨਾਂ ਬਾਰੇ ਕੋਈ ਸਮਝ ਹੈ ਤਾਂ ਫਿਰ ਉਹ ਆਪਣਾ ਮੁਜ਼ਾਹਰਾ ਕਰਦੇ। ਅਸੀਂ ਦਰਅਸਲ ਬਜਟ ਨੂੰ ਕੇਵਲ ਬਿਆਨਬਾਜ਼ੀ ਦਾ ਇੱਕ ਮੌਕਾ ਬਣਾ ਲਿਆ ਹੋਇਆ। ਅਦਰਵਾਈਜ਼ ਜਿਵੇਂ ਤੁਸੀਂ ਗੱਲ ਪਹਿਲਾਂ ਕੀਤੀ ਹੈ ਕਿ ਬਜਟ ਦਰਅਸਲ ਸਾਰਾ ਸਾਲ ਹੁੰਦਾ ਹੈ। ਇਹ ਜਿਹੜੇ ਫੈਸਲੇ ਨੇ ਟੈਕਸੇਸ਼ਨ ਦੇ, ਇਹ ਸਾਰਾ ਸਾਲ ਹੁੰਦੇ ਰਹਿੰਦੇ ਨੇ। ਸੈਕਿੰਡ ਦੀ ਇੱਕ ਮੈਂ ਗੱਲ ਇਹ ਕਹਿ ਦੇਣੀ ਚਾਹੁੰਦਾ, ਇਹ ਵੀ ਸਾਡੇ ਇੱਕ ਪੋਲੀਟੀਕਲੀ ਫੈਸ਼ਨ ਹੋ ਗਿਆ ਕਿ ਅਸੀਂ ਕੋਈ ਟੈਕਸ ਨਹੀਂ ਲਗਾਇਆ। ਸਰਕਾਰਾਂ ਨਾਰਮਲੀ ਆਪਣੇ ਪਹਿਲੇ ਦੂਸਰੇ ਸਾਲ ਦੇ ਵਿੱਚ ਟੈਕਸ ਰੂਟਸ ਲੈਂਦੀਆਂ ਨੇ, ਪੱਲਿਓਂ ਕਿਸੇ ਨੇ ਪੈਸੇ ਨਹੀਂ ਪਾਣੇ ਹੁੰਦੇ। ਸਰਕਾਰਾਂ ਦਾ ਟੈਕਸ ਲਾਉਣਾ ਇੱਕ ਚੰਗੀ ਗੱਲ ਹੁੰਦੀ ਹੈ। ਇਹ ਸਾਡਾ ਕੋਲੈਕਟਿਵ ਪੈਸਾ ਹੈ। ਇਹ ਮਰੀਸ਼ਤ ਦੇ ਵਿੱਚ ਜਦੋਂ ਪੈਸਾ ਆਉਂਦਾ ਹੈ, ਇਹ ਮੁਆਸ਼ਰੇ ਦੇ ਵਿੱਚ ਮਰੀਸ਼ਤ ਦਾ ਪੈਸਾ ਕੋਲੈਕਟਿਵ ਪੈਸਾ ਹੁੰਦਾ। ਇਹ ਲੋਕਾਂ, ਇਹ ਤਾਂ ਸੰਗਤ ਦੀ ਮਨੀ ਹੈ। ਇਹਦੇ ਵਿੱਚ ਅਸੀਂ ਇੱਕ ਨਵਾਂ ਇੱਕ ਐਡ ਆਨ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਇਹਦੇ 'ਚ ਕੋਈ ਪ੍ਰਾਈਡ ਲੈ ਰਹੇ ਹਾਂ ਕਿ ਅਸੀਂ ਕੋਈ ਟੈਕਸ ਨਹੀਂ ਲਗਾਇਆ। ਨਾਰਮਲੀ ਕ੍ਰਿਟਿਸਿਜ਼ਮ ਇਹ ਹੁੰਦਾ ਕਿ ਕਿਉਂਕਿ ਪੋਲੀਟੀਕਲ ਈਅਰ ਆ ਗਿਆ, ਚੋਣਾਂ ਸਾਹਮਣੇ ਨਜ਼ਰ ਆ ਰਹੀਆਂ ਨੇ, ਇਸ ਕਰਕੇ ਤੁਸੀਂ ਟੈਕਸ ਨਹੀਂ ਲਗਾ ਰਹੇ। ਤੇ ਅਸੀਂ ਇਹ ਜੇ ਹੁਣ ਤੋਂ ਸਰਕਾਰ ਇਹ ਲਾਈਨ ਲਏਗੀ, ਇਹਦਾ ਮਤਲਬ ਡਾਊਨ ਦਾ ਲਾਈਨ ਤੁਸੀਂ ਅਗਲੇ 4 ਸਾਲ ਟੈਕਸ ਕਿਸ ਤਰ੍ਹਾਂ ਲਗਾਓਗੇ? ਉਹਨਾਂ ਨੇ ਜੋ ਸਾਡੇ ਸਾਹਮਣੇ ਫੈਕਟ ਪੇਸ਼ ਕੀਤੇ ਕਿ ਅਸੀਂ ਚੋਰੀ ਰੋਕ ਕੇ ਟੈਕਸ ਵਧਾਵਾਂਗੇ। ਲਗਭਗ ਫਾਈਨਾਂਸ ਮਿਨਿਸਟਰ ਕਹਿੰਦੇ ਨੇ ਕਿ ਅਸੀਂ 2.5-3 ਹਜ਼ਾਰ ਕਰੋੜ ਰੁਪਏ ਦਾ ਜੀ ਉਹਦੇ ਚੋਂ ਸ਼ਾਇਦ ਮੈਜਿਕ ਪੋਸ਼ਨ ਦਿੱਤੇ ਜਾ ਰਹੇ ਨੇ। ਨਾਲ ਦੀ ਨਾਲ ਇੱਕ ਗੱਲ ਹੋਰ ਹੈ, ਜਿਹੜੀਆਂ ਗੱਲਾਂ ਤਾਂ ਪਹਿਲਾਂ ਕੀਤੀਆਂ ਗਈਆਂ ਸੀ ਪਹਿਲੇ ਬਜਟ 'ਚ ਜੀ, ਕਿ ਅਸੀਂ ਲਗਭਗ 20,000 ਕਰੋੜ ਰੁਪਏ ਤਾਂ ਮਾਈਨਿੰਗ ਦੇ ਖੇਤਰ 'ਚੋਂ ਕਮਾ ਲਾਂਗੇ। 20,000 ਸਾਡੇ ਕੋਲ ਆਏਗਾ ਜਿਹੜਾ ਸਾਰਾ, ਉਹ ਆਇਆ 135 ਕਰੋੜ ਦੇ ਨੇੜੇ ਤੇੜੇ ਸਾਰਾ ਜਿਹੜਾ ਹਜੇ ਤੱਕ ਦਾ ਮਤਲਬ ਮਾਮਲਾ ਜਿਹੜਾ ਹੈ। ਪਰ ਕਾਫੀ ਲੋਕ ਉਦੋਂ ਤੋਂ ਵੀ ਕਹਿੰਦੇ ਸੀ 250-300 ਕਰੋੜ ਤੋਂ ਵੱਧ, 500 ਕਰੋੜ ਤੋਂ ਵੱਧ। ਹਰਜੋਤ ਬੈਂਸ ਕਹਿੰਦੇ ਹੁੰਦੇ ਸੀ ਜੇ 20,000 ਕਰੋੜ ਨਾ ਹੋਇਆ ਤਾਂ ਮੈਂ ਰਿਜ਼ਾਈਨ ਕਰ ਦਾਂਗਾ ਕੈਬਨਿਟ 'ਚੋਂ। ਔਰ ਉਹ ਇੱਕ ਗੱਲ ਲੋਕ ਇਹ ਜਾਣਨਾ ਚਾਹੁੰਦੇ ਸੀ, ਦਿਲ ਤੇ ਨਾ ਲੈ ਜਾਣ, ਰਿਜ਼ਾਈਨ ਨਾ ਕਰ ਦੇਣ, ਸਵੇਰੇ ਸਰਕਾਰ ਨੂੰ ਕੋਈ ਮੁਸ਼ਕਲ ਨਾ ਆਵੇ। ਲੋਕ ਇਹ ਜਾਣਨਾ ਚਾਹੁੰਦੇ ਸੀ ਔਰ ਜਾਂ ਜਾਣਨਾ ਚਾਹਣਗੇ ਵੀ ਆ, ਜੇ ਡਿਬੇਟ ਵੀ ਹੋਣੀ ਹੈ ਇਹਦੇ ਤੇ ਕਿ ਵਜ੍ਹਾ ਕੀ ਹੋਗੀ, ਉਹਦੇ ਤੋਂ ਉਹ ਪੈਸੇ ਆਏ ਕਿਉਂ ਨਹੀਂ, ਉਹ ਕੈਲਕੂਲੇਸ਼ਨ ਜਿਹਨੇ ਤੁਹਾਨੂੰ ਦਿੱਤੀ ਜਾਂ ਜਿਵੇਂ ਤੁਸੀਂ ਕੀਤੀ ਉਹਦੇ 'ਚ ਕੋਈ ਪ੍ਰੋਬਲਮ ਨਹੀਂ। ਤੁਹਾਡੀਆਂ ਕਿਆਸ ਰਾਈਆਂ ਤੋਂ ਅੱਧੇ ਆ ਜਾਂਦੇ, ਚੌਥਾ ਹਿੱਸਾ ਆ ਜਾਂਦੇ। ਫਿਰ ਤੁਸੀਂ ਇੱਕ ਰੈਵੋਲੂਸ਼ਨਰੀ ਐਕਸਾਈਜ਼ ਪਾਲਿਸੀ ਲਿਆਏ ਹੋ ਕਹਿੰਦੇ। ਹਾਂ ਬਿਲਕੁਲ। ਤੇ ਉਹਦੇ ਤੋਂ ਤੁਸੀਂ ਕਿਹਾ ਸੀ ਅਸੀਂ ਹੋਰ ਬਹੁਤ ਪੈਸੇ ਕਮਾਵਾਂਗੇ, ਜਿਵੇਂ ਤਾਮਿਲਨਾਡੂ ਨੇ ਇੰਨੇ ਕਮਾ ਲਏ, ਬਾਕੀ ਨੇ ਇੰਨੇ ਕਮਾ ਲਏ। ਕਾਰਪੋਰੇਸ਼ਨ ਬਣਾਉਣ ਦਾ ਵੀ ਇੱਕ ਵਿਜ਼ਨ ਕਈ ਵਾਰ ਆਇਆ ਸੀ। ਹਾਲਾਂਕਿ ਉਹ ਅਲੱਗ ਗੱਲ ਹੈ ਕਿ ਉਹ ਐਕਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਸੰਕਟ 'ਚ ਵਿਡਰਾ ਕੀਤੀ ਗਈ ਤੇ ਮਨੀਸ਼ ਸਿਸੋਦੀਆ ਸਾਹਿਬ ਅੰਦਰ ਨੇ ਉਸ ਲੈਵਲ ਤੇ ਸਾਡੇ ਵੀ ਲਗਭਗ, ਪਰ ਉਹਦੀ ਅਮਾਉਂਟ ਵੀ ਪਿਛਲੇ ਨਾਲੋਂ ਜ਼ਿਆਦਾ ਨਹੀਂ ਹੈ। ਮਤਲਬ ਉਹਦੇ ਤੋਂ ਆਇਆ ਗਿਆ ਸਾਡੇ ਕੋਲ ਪੈਸਾ ਵੀ ਉਹ ਤੋਂ ਜ਼ਿਆਦਾ ਨਹੀਂ ਹੈ ਸਰਕਾਰੀ ਖਜ਼ਾਨੇ 'ਚ। ਬਾਕੀ ਕੀ ਹੈ ਉਹ ਇੱਕ ਅਲੱਗ ਕੁਐਸਚਨ ਹੈ। ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਤੋਂ ਜਿੱਥੋਂ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਰਿਸੋਰਸ ਮੋਬਿਲਾਈਜੇਸ਼ਨ ਕਰਾਂਗੇ, ਆਹ ਜਗ੍ਹਾ ਨੇ ਉਹ ਸਾਰੇ ਮਾਮਲੇ ਦੇ ਵਿੱਚ, ਉੱਥੋਂ ਤਾਂ ਨਹੀਂ ਹੋਇਆ। ਜਿਹੜਾ 2.5-3 ਹਜ਼ਾਰ ਕਰੋੜ ਰੁਪਇਆ ਤੁਸੀਂ ਕਹਿੰਦੇ ਸਾਨੂੰ ਐਕਸਟਰਾ ਆਇਆ, ਤੇ ਜੇ ਮੈਂ ਉਸ ਗੱਲ ਦੀ ਉਹਨਾਂ ਦੀ ਉਹ ਗੱਲ ਕਰਾਂ ਕਿ ਪਿਛਲੇ ਵਾਰ ਜਿਹੜਾ ਆਪਣੇ ਸਾਧਨਾਂ ਤੋਂ ਰੈਵਨਿਊ ਸੀ, ਤੁਸੀਂ ਟਾਰਗੇਟ ਰੱਖਿਆ ਸੀ 95,000 ਕਰੋੜ ਦਾ, ਹਾਸਲ ਕੀਤਾ ਉਹ ਰਿਵਾਈਜ਼ਡ ਬਜਟ 'ਚ 93,000 ਕਰੋੜ, 2,000 ਕਰੋੜ ਘਟ ਗਿਆ। ਹੁਣ ਤੁਸੀਂ 98,000 ਕਰੋੜ ਦਾ ਟਾਰਗੇਟ ਰੱਖਿਆ। ਇਹ ਕੀ ਗਾਰੰਟੀ ਹੈ ਵੀ ਉਹ 3,000 ਕਰੋੜ ਘਟ ਹੀ ਨਾ ਜਾਵੇ ਕਿਤੇ? ਜਿਹੜਾ ਤੁਸੀਂ ਕਹਿੰਦੇ ਹੋ ਨਾਰਮਲੀ ਸਰਕਾਰਾਂ ਪਿਛਲੇ ਰਿਵਾਈਜ਼ਡ ਬਜਟ ਨੂੰ ਅਣਦੇਖੀ ਕਰਕੇ ਸਿਰਫ ਪਿਛਲੇ ਬਜਟ ਦੇ ਬਰਾਬਰ ਉਸ ਤੋਂ ਜ਼ਿਆਦਾ ਰੱਖਦੀਆਂ ਨੇ। ਆਈ ਥਿੰਕ ਇਹ ਫਾਈਨੈਂਸ਼ੀਅਲ ਲਿਟਰੇਸੀ ਨਾ ਹੋਣ ਦਾ ਮੁਆਸ਼ਰੇ ਦੇ ਵਿੱਚ ਸਰਕਾਰ ਇੱਕ ਫਾਇਦਾ ਉਠਾਉਂਦੀ ਹੈ। ਦੂਸਰੀ ਗੱਲ ਜਿਹੜੀ ਤੁਸੀਂ ਐਕਸਾਈਜ਼ ਦੇ ਰੈਵਨਿਊ ਦੀ ਕੀਤੀ ਹੈ, ਮੈਨੂੰ ਉਹਦਾ ਇੱਕ ਪੋਲੀਟੀਕਲ ਕੰਪੋਨੈਂਟ ਵੀ ਦਿਖਾਈ ਦੇ ਰਿਹਾ, ਕਿਉਂਕਿ ਮੈਂ ਅੱਜ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਫਾਈਨੈਂਸ ਮਿਨਿਸਟਰ ਹੋਰਾਂ ਨੂੰ ਇਹ ਕਹਿੰਦਿਆਂ ਸੁਣਿਆ ਅਸੈਂਬਲੀ ਦੇ ਵਿੱਚ ਕਿ 2 ਕਰੋੜੀ ਮਾਫੀਆ ਘਪਲਾ ਕਰ ਰਿਹਾ ਸੀ। ਜੇ ਤੁਸੀਂ ਅਸੈਂਬਲੀ ਦੀ ਫਲੋਰ ਤੇ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੀ ਵਿਧਾਨ ਸਭਾ ਨੂੰ ਇਹ ਇਨਫੋਰਮੇਸ਼ਨ ਦੇ ਰਹੇ ਹੋ ਕਿ ਇੰਨਾ ਵੱਡਾ ਮਾਫੀਆ ਸੀ ਜਿਹਦੇ 'ਚ ਸੈਂਕੜੇ ਹਜ਼ਾਰਾਂ ਕਰੋੜਾਂ ਦਾ ਗਬਨ ਹੋ ਰਿਹਾ ਸੀ, ਤਾਂ ਇਹ ਕੋਗਨੀਜ਼ੇਬਲ ਕ੍ਰਾਈਮ ਹੈ। ਮੈਂ ਇਹਦੀ FIR ਦੇਖਣੀ ਚਾਹਾਂਗਾ। ਜੇ ਤੁਸੀਂ ਇਹਦੀ ਕੋਈ FIR ਲੌਜ ਨਹੀਂ ਕਰਵਾ ਰਹੇ ਤਾਂ ਤੁਸੀਂ ਇਹ ਅਨਾਉਂਸ ਕਰ ਰਹੇ ਹੋ ਵਿਧਾਨ ਸਭਾ ਦੇ ਵਿੱਚ ਕਿ ਮੈਨੂੰ ਇੱਕ ਵੱਡੇ ਸੀਰੀਅਸ ਕ੍ਰਾਈਮ ਦੀ ਇਨਫੋਰਮੇਸ਼ਨ ਹੈ
ਜਿਸ ਬਾਰੇ ਮੈਂ ਨੇੜੇ ਦੇ ਪੁਲਿਸ ਥਾਣੇ ਦੇ ਵਿੱਚ ਹਾਲੇ ਰਿਪੋਰਟ ਨਹੀਂ ਲਿਖਾਈ। ਪੋਲੀਟੀਕਲੀ ਦਿਸ ਕੈਨ ਬੀ ਵੈਰੀ ਡੈਮੇਜਿੰਗ। ਇਹਦੇ ਚ ਜਿਹੜਾ ਇੱਕ ਗੱਲ ਕੀਤੀ ਗਈ ਹੈ, ਜਿਹੜੀ ਗੱਲ ਵਾਜਬ ਵੀ ਨਜ਼ਰ ਆਉਂਦੀ ਹੈ, ਕਿ ਗਵਰਨਮੈਂਟ ਆਫ ਇੰਡੀਆ ਵੀ ਤੁਹਾਡਾ ਸ਼ੇਅਰ ਨਹੀਂ ਦੇ ਰਹੀ ਕਈ ਮਾਮਲਿਆਂ 'ਚ। ਬਿਲਕੁਲ ਜਿਹੜਾ ਜਿਵੇਂ ਰੂਰਲ ਡਿਵੈਲਪਮੈਂਟ ਫੰਡ ਹੈ, ਜੀ, ਉਹ 2880 ਕਰੋੜ ਆਰਡੀਐਫ ਚੋਂ ਰੁਪਏ ਨਹੀਂ ਦਾ ਆ ਹੈ ਰਿਹਾ, ਨਾ। ਸੀਸੀਐਲ ਨਹੀਂ ਆ RDF ਰਹੀ ਹੈ। ਜਿਹੜੀ CCL ਦੇ ਵਿੱਚ ਉਹ ਕਹਿੰਦੇ ਹਮ। ਰਮੇਸ਼ ਚੰਦਰ ਕਮੇਟੀ ਜਿਹੜੀ ਬਣਾਈ ਜੀ ਗਈ ਜੀ, ਸੀ, ਪਲੈਨਿੰਗ ਉਹ ਕਮਿਸ਼ਨ ਜੀ, ਜੇ ਇਹ ਦੋਨੋਂ ਜੋੜ ਲਓ ਤਾਂ 9035 ਕਰੋੜ ਰੁਪਇਆ ਬਣਦਾ ਹੈ, ਹਮ। ਆਲਮੋਸਟ ਉਹ 9000 ਪੈਂਡਿੰਗ ਬੈਠ ਸਾਡਾ ਉਹ ਪੈਂਡਿੰਗ ਪਿਆ, ਨਹੀਂ ਦੇ ਰਹੇ। ਹਮ। ਔਰ ਨਾ ਕੇਵਲ ਇਹ ਦੇ ਰਹੇ ਨੇ, ਹਮ। ਜਦੋਂ ਅਸੀਂ ਗੁਜ਼ਰੇ ਹਾਂ ਕਰੋਨਾ ਦੇ ਦੌਰ ਦੇ ਵਿੱਚੋਂ, ਹਮ। ਬੇਰੁਜ਼ਗਾਰੀ ਦੇ ਦੌਰ ਦੇ ਵਿੱਚੋਂ, ਵੱਖ-ਵੱਖ ਦੇ ਵਿੱਚੋਂ, ਹਮ। ਤਾਂ ਜੇ GST ਦਾ ਜਿਹੜਾ ਕੰਪਨਸੇਟ ਕਰਨਾ ਸੀ, ਜੇ ਉਹ 5 ਸਾਲ ਸੀ, ਤਾਂ ਉਹਨੂੰ ਅੱਗੇ ਵਧਾਉਣਾ ਚਾਹੀਦਾ ਸੀ ਨਾ ਬਿਲਕੁਲ, ਸਟੇਟਾਂ ਲਈ ਕਿਸੇ ਨਾ ਬਿਲਕੁਲ। ਕਿਸੇ ਰੂਪ ਦੇ ਵਿੱਚ। ਹਮ। ਔਰ ਹਾਲਾਂਕਿ ਮੈਂ ਉਹ ਮੰਗ ਦੇਖੀ ਨਹੀਂ ਹੈ ਕਿਸੇ ਰੂਪ ਦੇ ਵਿੱਚ ਕਿ ਬਜਟ ਸਪੀਚ ਦੇ ਵਿੱਚ, ਇਹਨਾਂ ਨੇ ਜ਼ਿਕਰ ਨਹੀਂ ਕੀਤਾ, ਪਰ ਲੇਕਿਨ ਕਈ budget ਤੋਂ ਸਟੇਟਾਂ ਬਾਅਦ ਕਰ ਰਹੀਆਂ, ਬਿਲਕੁਲ ਕਈ ਸਟੇਟ ਕਰ ਰਹੇ ਨੇ, ਕਈ ਬਿਲਕੁਲ। ਇਹਨਾਂ ਨੇ ਵੀ ਇਦੋਂ ਪਹਿਲਾਂ ਚਿੱਠੀ ਲਿਖੀ, ਸਾਰੇ ਹਮ। ਕਿਤੇ ਕਰ ਰਹੇ। ਜਿਹੜਾ ਇੱਕ ਹੋਰ ਰਿਸੋਰਸਸ ਦਾ ਡਿਵੀਜ਼ਨ ਹੈ, ਹਮ। ਮਤਲਬ ਕੇਂਦਰ ਔਰ ਰਾਜਾਂ ਦੇ ਦਰਮਿਆਨ, Absolutely. ਉਸ ਪੱਧਰ ਦੇ ਉੱਤੇ, ਹਮ। ਔਰ ਉਹ ਇਕਨੋਮਿਕ ਸਾਈਡ ਤੇ ਆਇਆ ਹੈ, ਤੇ ਉਹ ਪੋਲੀਟੀਕਲ ਸਾਈਡ ਤੇ ਜਿਹੜੀ ਫਾਈਟ ਪੋਲੀਟੀਕਲ ਸਾਈਡ ਵਿੱਚ, ਕਿਉਂਕਿ ਜਿਸ ਤਰ੍ਹਾਂ ਹੀ ਉਹਦੀ ਪੋਲੀਟੀਕਲ ਸਾਈਡ ਬਣੇਗੀ, ਉਹ ਇਮੀਡੀਏਟਲੀ ਇੱਕ ਅਜਿਹਾ ਮੁਹਾਜ਼ ਖੁੱਲ ਜਾਏਗਾ ਜਿਹਦੇ ਤੋਂ ਆਮ ਆਦਮੀ ਪਾਰਟੀ ਇੱਕ ਲੰਬੇ ਸਮੇਂ ਤੋਂ ਗੁਰੇਜ਼ ਕਰ ਰਹੀ ਹੈ। ਉਹ ਫਿਰ ਮੁਹਾਜ਼ ਫੈਡਰਲਿਜ਼ਮ ਦੀ ਉਹ ਫਾਲਟ ਲਾਈਨ ਹੈ, ਜਿਹਦੇ ਵਿੱਚ ਬੀਜੇਪੀ ਦਾ ਇੱਕ ਅੰਡਰਸਟੈਂਡਿੰਗ ਹੈ ਦੇਸ਼ ਦੀ ਰਾਜਨੀਤੀ ਬਾਰੇ। ਉਹ ਇੱਕ ਬੜੀ ਯੂਨੀਟੇਰੀਅਨ ਸਟਰਕਚਰ ਦੇ ਵਿੱਚ ਰਾਜਨੀਤੀ ਨੂੰ ਦੇਖਦੇ ਨੇ। ਉਹੀ ਉਹਨਾਂ ਦਾ ਸੰਕਲਪ ਹੈ ਕਿ ਇੱਕ ਯੂਨੀਟੇਰੀਅਨ ਸੰਕਲਪ ਹੈ। ਜਿਹੜੀ ਪੰਜਾਬ ਨੇ ਜਿਹੜੀ ਇੱਕ ਲੰਬੇ ਸਮੇਂ ਤੋਂ ਲੜਾਈ ਲੜੀ ਹੈ, ਉਹਦੇ ਵਿੱਚ ਇਹ ਯੂਨੀਅਨ ਆਫ ਫੈਡਰੇਸ਼ਨਸ ਹੈ, ਇਹ ਫੈਡਰੇਸ਼ਨਸ ਦੀ ਇੱਕ ਯੂਨੀਅਨ ਹੈ। ਇਹ ਆਮ ਆਦਮੀ ਪਾਰਟੀ ਨੇ ਹਾਲੇ ਆਪਣਾ ਪਾਲਾ ਚੁਣਨਾ ਹੈ ਕਿ ਅਸੀਂ ਯੂਨੀਟੇਰੀਅਨ ਸਟਰਕਚਰ ਦੇ ਨਾਲ ਖੜੇ ਹਾਂ, ਕਿਉਂਕਿ ਅਚਾਨਕ ਦਿੱਲੀ ਦੇ ਵਿੱਚ ਉੱਚੇ ਤਿਰੰਗੇ ਲਗਾਣੇ, ਅਯੁੱਧਿਆ ਲਈ ਬੱਸਾਂ ਚਲਾਉਣੀਆਂ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀਆਂ ਗੱਲਾਂ ਕਰਨੀਆਂ ਹਰ ਵੇਲੇ, ਔਰ ਪੰਜਾਬ ਨੂੰ ਇੱਕ ਬਾਰਡਰ ਸਟੇਟ ਦੇ ਤੌਰ ਦੇ ਉੱਤੇ ਨੁਮਾਇਆਂ ਰੂਪ ਦੇ ਵਿੱਚ ਪੰਜਾਬ ਦੀ ਕੇਵਲ ਇਹ ਤਸਵੀਰ ਪੇਸ਼ ਕਰਨੀ ਕਿ ਇਹ ਇੱਕ ਬਾਰਡਰ ਸਟੇਟ ਹੈ ਜਿਹਦੇ ਤੇ ਪਾਕਿਸਤਾਨ ਦੀ 24/7 ਅੱਖ ਹੈ, ਤੇ ਡਰੋਨ ਰਾਹੀਂ ਸਾਡੇ ਇੱਥੇ ਨਸ਼ੇ ਭੇਜੇ ਜਾ ਰਹੇ ਨੇ, ਹਥਿਆਰ ਭੇਜੇ ਜਾ ਰਹੇ ਨੇ। ਇਹ ਇੱਕ ਇਹੋ ਜਿਹਾ ਨੈਰੇਟਿਵ ਹੈ ਜਿਹਦੇ ਵਿੱਚ ਤੁਸੀਂ ਸਟਰੋਂਗ ਸੈਂਟਰ ਤੇ ਸਟੇਟਸ ਡਿਪੈਂਡੈਂਟ ਅਪਨ ਸੈਂਟਰ, ਇਹ ਇੱਕ ਨੈਰੇਟਿਵ ਸਿਰਜ ਰਹੇ ਹੋ। ਜਿਸ ਦਿਨ ਭਗਵੰਤ ਮਾਨ ਹਰੀ ਇਹ ਨੈਰੇਟਿਵ ਸਿਰਜਣਗੇ, ਤੇ ਜੇ ਸਿਰਜਣਗੇ ਪੰਜਾਬ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਦੇ ਲੋਕ, ਤਾਂ ਉਹੀ ਸਿਰਜਣਗੇ ਜਿਹੜੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਟਾਈਪ ਦੀ ਜਿਹੜੀ ਇੱਕ ਅੰਡਰਸਟੈਂਡਿੰਗ ਹੈ, ਉਹਦੇ ਸਾਏ ਤੋਂ ਬਾਹਰ ਆ ਕੇ ਸਿਰਜਣਗੇ। ਮੈਨੂੰ ਲੱਗਦਾ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਸਾਨੂੰ ਦਰਅਸਲ ਇਹ ਕਿਆਸ ਨਹੀਂ ਛੱਡਣਾ ਚਾਹੀਦਾ ਕਿ ਅਜਿਹਾ ਹੋਣ ਦੀ ਇੱਕ ਪੋਸੀਬਿਲਿਟੀ ਵੀ ਹੈ, ਕਿਉਂਕਿ ਅੰਤ ਨੂੰ ਪੰਜਾਬ ਦੇ ਜਿਹੜੇ ਲੋਕ ਨੇ ਉਹ ਉਸ ਰਾਜਨੀਤੀ ਨੂੰ ਰਿਸਪੌਂਡ ਕਰਦੇ ਨੇ, ਉਹਦੇ ਨਾਲ ਰੈਜ਼ੋਨੇਟ ਕਰਦੇ ਨੇ ਜਿਹੜੀ ਉਹਨਾਂ ਦੀ ਵਿਲੱਖਣਤਾ ਨੂੰ, ਉਹਨਾਂ ਦੇ ਇੱਕ ਫੈਡਰਲ ਢਾਂਚੇ ਦੇ ਪ੍ਰਤੀ ਦਹਾਕਿਆਂ ਦੀ ਕਮਿਟਮੈਂਟ ਨੂੰ ਰੇਖਾਂਕਿਤ ਕਰਦੀ ਹੋਵੇ। ਮੈਨੂੰ ਲੱਗਦਾ ਇਹ ਜਿਹੜੇ ਕੁਐਸਚਨ ਨੇ, ਚਾਹੇ ਉਹ ਐਕਸਾਈਜ਼ ਦਾ ਕੁਐਸਚਨ ਹੈ, ਚਾਹੇ ਉਹ ਰੂਰਲ ਡਿਵੈਲਪਮੈਂਟ ਫੰਡ ਦਾ ਕੁਐਸਚਨ ਹੈ, GST ਦੇ ਆਪਣੇ ਸਵਾਲ ਨੇ, ਡੈਵੋਲੂਸ਼ਨ ਆਫ ਫੰਡਸ ਹੈ ਜਿਹੜਾ ਹੁਣ 56 ਜਿਹੜਾ ਫਾਈਨੈਂਸ ਪਲੈਨਿੰਗ ਕਮਿਸ਼ਨ, ਜਿਹੜਾ ਫਾਈਨੈਂਸ ਕਮਿਸ਼ਨ ਚੱਲ ਰਿਹਾ ਹੈ, 15ਵਾਂ ਫਾਈਨੈਂਸ ਕਮਿਸ਼ਨ ਜਿਹੜਾ ਚੱਲ ਰਿਹਾ ਹੈ, ਉਹਦੇ ਚ ਪਰਸੈਂਟੇजेस ਵੀ ਦੁਬਾਰਾ ਰਿਵਾਈਵ ਕਰਨ ਵਾਲੀਆਂ ਨੇ। ਇਨਫੈਕਟ GST ਕੌਂਸਲ ਦੀ ਫਾਰਮੇਸ਼ਨ ਹੀ ਹੈ। ਫਿਰ ਲੜਾਈ ਅੰਤ ਤੇ ਇਹ ਪੈਟਰੋਲ ਤੇ ਡੀਜ਼ਲ ਤੱਕ ਜਾਵੇਗੀ ਕਿ ਕਿਹੜੀ ਚੀਜ਼ GST ਤੋਂ ਕਿਵੇਂ ਬਾਹਰ ਰੱਖੀ ਜਾਂਦੀ ਹੈ, ਕਿਉਂਕਿ ਉਹਨੂੰ GST ਦੇ ਅੰਦਰ ਨਾ ਲਿਆਂਦਾ ਸਿੱਧਾ ਫਾਇਦਾ ਸੈਂਟਰ ਨੂੰ ਵੱਡੇ ਤੌਰ ਤੇ ਪਹੁੰਚ ਰਿਹਾ। ਮੇਰੇ ਪੰਜਾਬ ਦੇ ਵਿੱਚ ਤੁਸੀਂ ਜਿੰਨਾ ਵੀ ਪੈਟਰੋਲ ਤੇ ਡੀਜ਼ਲ ਖਪਤ ਕਰ ਰਹੇ ਹੋ, ਉਹਦੀ ਟੈਕਸੇਸ਼ਨ ਦਾ ਸਿੱਧਾ ਫਾਇਦਾ ਸਿਰਫ ਸੈਂਟਰ ਨੂੰ ਪਹੁੰਚ ਰਿਹਾ, ਤੇ ਪੰਜਾਬ ਦੇ ਵਿੱਚ ਉਹਦਾ ਹਿੱਸਾ ਹੀ ਨਹੀਂ। ਪੰਜਾਬ ਸਟੇਟ ਮਜਬੂਰ ਹੁੰਦੀ ਹੈ ਕਿ ਆਪਣਾ ਵੈਟ ਵਧਾਉਂਦੀ ਰਹਿੰਦੀ ਹੈ, ਤੇ ਇਹ ਸਾਰੀਆਂ ਕਾਰਵਾਈਆਂ ਬਜਟ ਦੇ ਬਾਹਰੋਂ ਹੁੰਦੀਆਂ ਰਹਿੰਦੀਆਂ ਨੇ। ਸੋ ਬਜਟ ਹੁਣ ਦਰਅਸਲ ਰਹਿ ਨਹੀਂ ਗਿਆ। ਅਸੀਂ ਇੱਕ ਕਲੋਨੀਅਲ ਐਨੂਅਲ ਰਿਚੁਅਲ ਦੇ ਮੁਰੀਦ ਹੋਏ ਆ, ਇਸ ਕਰਕੇ ਹਰ ਸਾਲ ਇੱਕ ਬਜਟ ਆ ਜਾਂਦਾ ਤੇ ਉਹਦੇ ਤੇ ਕੁਝ ਫਿਗਰਸ ਦਾ ਜ਼ਿਕਰ ਹੋ ਜਾਂਦਾ ਹੈ। ਇੱਕ ਇਹ ਕਢਾਇਆ ਕਿ ਇੱਕ ਬਾਰ ਫਾਈਨੈਂਸ ਮਿਨਿਸਟਰ ਨੇ ਤਸਵੀਰ ਖਿਚਵਾਣੀ ਹੁੰਦੀ ਹੈ ਆਪਣਾ, ਪਹਿਲਾਂ ਅਟੈਚੀ ਹੱਥ 'ਚ ਫੜ ਕੇ ਜਾਂ ਬਜਟ ਹੱਥ 'ਚ ਫੜ ਕੇ, ਤੇ ਫਿਰ ਇੱਕ ਲੰਬਾ ਚੌੜਾ ਭਾਸ਼ਣ ਹੁੰਦਾ ਜਿਹੜਾ ਸੁਣਦਿਆਂ ਲੋਕਾਂ ਨੂੰ ਊਂਘ ਆ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਉਹ ਰੈਜ਼ੋਨੇਟ ਨਹੀਂ ਕਰ ਰਿਹਾ ਹੁੰਦਾ ਲੋਕਾਂ ਦੀ ਦਿਸ਼ਾ ਦੇ ਨਾਲ, ਲੋਕਾਂ ਦੀ ਦਸ਼ਾ ਦੇ ਨਾਲ। ਇਹ ਅੱਜ ਵੀ ਦੇਖਣ 'ਚ ਮਿਲਿਆ, ਇਹ ਪਹਿਲਾਂ ਵੀ ਦੇਖੋ ਕੋਈ ਵੀ ਸਰਕਾਰ ਸੀ ਇਹੀ ਹਾਲ ਸੀ। ਬਜਟ ਦੇ ਵਿੱਚ ਇੱਕ ਹੋਰ ਗੱਲ ਕੀਤੀ ਗਈ ਹੈ ਕਿ ਅਸੀਂ ਰੁਜ਼ਗਾਰ ਕਾਫੀ ਦਿੱਤਾ, 26,000 ਤੋਂ ਜ਼ਿਆਦਾ ਦਿੱਤਾ, ਤੇ ਹੋਰ ਦੇਾਂਗੇ ਇੰਨਾ ਜਿਹੜਾ ਸਰਕਾਰੀ ਖੇਤਰ 'ਚ ਹੋਏਗਾ। ਔਰ ਦੂਸਰਾ ਇਹ ਹੈ ਕਿ ਬਾਕੀ ਦਾ ਜਿਹੜਾ ਜੋ ਫਿਗਰ ਇੰਪ੍ਰੈਸਿਵ ਹੈ 26,000 ਰੁਜ਼ਗਾਰ, ਇਹ ਫਿਗਰ ਇੰਪ੍ਰੈਸਿਵ ਹੈ। ਫਿਗਰ ਇੰਪ੍ਰੈਸਿਵ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕਾਫੀ ਕੰਪੈਸ਼ਨੇਟ ਗਰਾਊਂਡ ਵਾਲਿਆਂ ਨੂੰ ਵੀ ਕਾਫੀ ਨੂੰ ਦਿੱਤਾ ਗਿਆ। ਪੁਲਿਸ 'ਚ 8,000 ਪਹਿਲਾਂ ਭਰਤੀ ਜਿਹੜੇ ਪਹਿਲਾਂ ਪੈਂਡਿੰਗ ਪਏ ਸੀ ਉਹਨਾਂ ਨੂੰ ਭਰੀਆਂ ਗਈਆਂ ਨੇ, ਕੁਝ ਭਰੀਆਂ ਗਈਆਂ ਨੇ, ਉਹਦੇ 'ਚ ਤਾਂ ਕੋਈ ਦੋਰਾਮਾ ਨਹੀਂ ਹੈ ਇਸ ਲੈਵਲ ਦੇ ਉੱਤੇ। ਔਰ ਉਹਦੇ ਨਾਲ ਦੀ ਨਾਲ ਇੱਕ ਗੱਲ ਜਿਹੜੀ ਵੈਕੈਂਸੀ ਭਰਨ ਦੀ ਹੈਲਥ ਡਿਪਾਰਟਮੈਂਟ 'ਚ ਆ ਰਹੀ ਹੈ ਜੀ,
ਜਿਵੇਂ ਇੱਕ ਵਿਧਾਨ ਸਭਾ 'ਚ ਨਾ 2 ਦਿਨ ਤੋਂ ਹੀ ਏਜੰਡਾ ਡਾਕਟਰ ਬਲਬੀਰ ਸਿੰਘ ਬਾਰ-ਬਾਰ ਕਹਿ ਰਹੇ ਔਰ ਨੇ। ਉਹ ਨਹੀਂ, ਮੈਂ ਉਹ ਡਾਕਟਰ ਕਹਿ ਦੀ ਗੱਲ ਨੂੰ ਐਪਰੀਸ਼ੀਏਟ ਕਰਦਾ, ਉਹਨਾਂ ਨੇ ਮੰਨਿਆ ਹਾਂ, ਕਿ ਸਾਡੇ ਹਸਪਤਾਲਾਂ ਦੇ ਵਿੱਚ ਸਾਡੇ ਡਾਕਟਰ, ਸਟਾਫ, ਨਰਸਿਸ, ਅਸੀਂ ਨਾ ਸਾਡੇ ਕੋਲ ਸਟਾਫ ਹੈ, ਨਾ ਸਾਡੀਆਂ ਬਿਲਡਿੰਗਸ ਉਸ ਤਰ੍ਹਾਂ ਦੀਆਂ ਨੇ, ਨਾ ਸਾਡੀਆਂ ਸੁਵਿਧਾਵਾਂ ਉਸ ਤਰ੍ਹਾਂ ਦੀਆਂ ਨੇ। ਆਈ ਥਿੰਕ ਇਹ ਇੱਕ ਕੈਂਡਿਡ ਅਪਰੋਚ ਹੁੰਦੀ ਹੈ। ਉਹ ਅਪਰੋਚ ਹੈ ਤੇ ਜਿਹੜਾ ਉਹਨਾਂ ਨੇ ਪ੍ਰੋਬਲਮ ਦੱਸੀ ਉਹ ਫਾਈਨੈਂਸ਼ੀਅਲ ਪ੍ਰੋਬਲਮ ਵੀ ਆ ਉਹਦੇ ਫਾਈਨੈਂਸ਼ੀਅਲ ਨਾਲ। ਪ੍ਰੋਬਲਮ ਬਿਲਕੁਲ ਉਹ ਕਹਿ ਰਹੇ ਨੇ ਕਿ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਅਸੀਂ ਜੇਕਰ ਲੈ ਕੇ ਆਉਂਦੇ ਆ ਜਾਂ ਬਾਕੀ ਦੇ, ਤੇ ਉਹਨਾਂ ਨੂੰ ਮਾਰਕੀਟ ਦੇ ਵਿੱਚੋਂ ਪ੍ਰਾਈਵੇਟ ਵੱਡੇ ਕਾਰਪੋਰੇਟ ਹਸਪੀਟਲ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ 4.5 ਲੱਖ ਜਾਂ ਕਿੰਨਾ ਉਹ ਫਿਗਰ ਦੇ ਰਹੇ ਸੀ। ਹੁਣ ਉਹ ਕਹਿ ਰਹੇ ਸੀ ਅਸੀਂ 3 ਲੱਖ ਰੁਪਏ ਤਨਖਾਹ ਦੇਵਾਂਗੇ। ਹਾਂ, ਤੇ ਸਾਡੇ ਜਾਂ ਤਾਂ ਫਿਰ ਉੱਥੇ ਜਾ ਕੇ ਕਰਨੀ ਪਏਗੀ ਤੇ ਉਹ ਰਿਵਾਈਜ਼ ਕਰਨਾ ਪਏਗਾ। ਅਬਾਊਟ 1 ਲੱਖ ਦੇ ਰਹੇ ਨੇ, 1 ਲੱਖ ਦੇ ਆਸ-ਪਾਸ ਤਨਖਾਹ ਸ਼ਾਇਦ ਉਸ ਲੈਵਲ ਦੇ। ਔਰ ਨਾਰਮਲੀ ਇਹ ਵੀ ਕਹਿ ਰਹੇ ਨੇ ਕਿ ਡਾਕਟਰਾਂ ਦੀ ਜਿਹੜੀ ਤਨਖਾਹ ਹੈ ਐਮਬੀਬੀਐਸ ਦੀ ਵੀ ਜਾਂ ਬਾਕੀ ਦੀ ਵੀ ਦੂਜਿਆਂ ਦੇ ਕੰਪੈਰੀਟਿਵਲੀ ਜੇ ਵਧਣਗੇ ਤਾਂ ਉਹ ਰਿਟੇਨ ਕਰਨਗੇ, ਕਿਉਂਕਿ ਉਹਨਾਂ ਕੋਲ ਇੱਕ ਸਕਿੱਲ ਹੁੰਦੀ ਹੈ ਤੇ ਉਹ ਸਕਿੱਲ ਆਪਣੀ ਕਿਤੇ ਵੀ ਜਾ ਕੇ ਉਹ ਕਰ ਲੈਂਦੇ ਨੇ। ਸਾਡੇ ਖੜ ਨਹੀਂ ਰਹੇ ਡਾਕਟਰ, ਇਹ ਸੀਰੀਅਸ ਪ੍ਰੋਬਲਮ ਉਹਨਾਂ ਨੇ ਆਪ ਮੰਨੀ ਹੈ, ਮਤਲਬ ਵਿਧਾਨ ਸਭਾ ਦੇ ਵਿੱਚ ਇਹਦਾ ਅਜੇ ਕੁਝ ਸੋਚਣਾ ਹੈ ਸਰਕਾਰ ਨੇ। ਪਰ ਜਦੋਂ ਇਹਦੇ ਨਾਲ ਹੀ ਇਹ ਸੋਚਣਾ ਉਦੋਂ ਪਹਿਲਾਂ ਤੋਂ ਚਾਹੀਦਾ ਹੁੰਦਾ ਹੈ ਕਿ ਜਦੋਂ ਮੁਹੱਲਾ ਕਲੀਨਿਕ ਆ ਗਏ, ਆਮ ਆਦਮੀ ਕਲੀਨਿਕ ਆ ਗਏ, ਤੇ ਜਦੋਂ ਡਾਕਟਰ ਉੱਥੋਂ ਸਿਵਲ ਹਸਪੀਟਲ ਚੋਂ ਸ਼ਿਫਟ ਕੀਤੇ ਉਹਨਾਂ ਦੇ ਵਿੱਚ, ਤਾਂ ਇਹ ਰੌਲਾ ਪੈਣਾ ਸ਼ੁਰੂ ਹੋ ਗਿਆ। ਇੱਕ ਚੰਗੇ ਲਈ ਕੀਤੀ ਗਈ ਕਈ ਵਾਰ ਕੰਮ ਦੇਖੋ ਜੇ ਉਹ ਉਲਟਾ ਪੈ ਜਾਂਦਾ ਹੈ, ਤਾਂ ਵੀ ਉਹ ਇਹਦੇ ਨਾਲ ਹੀ ਮੈਂ ਇੱਕ ਗੱਲ ਇਹਦੇ ਚ ਜੋੜਨਾ ਚਾਹੁੰਦਾ ਐਜੂਕੇਸ਼ਨ ਦੇ ਬਾਰੇ ਜੀ। ਹੁਣ ਉਹਨਾਂ ਨੇ ਦੂਜਾ ਕੰਪੋਨੈਂਟ ਐਜੂਕੇਸ਼ਨ ਚ ਸਕੂਲ ਆਫ ਐਮੀਨੈਂਸ 117 ਕਰਨੇ ਨੇ, ਪਾਇਲਟ ਪ੍ਰੋਜੈਕਟ ਦੇ ਤੌਰ ਤੇ ਕਰਨੇ ਨੇ ਥੋੜੇ, ਔਰ ਇਦੋਂ ਪਹਿਲਾਂ ਵੀ ਸਮਾਰਟ ਸਕੂਲ ਪਹਿਲੀ ਸਰਕਾਰ ਨੇ ਕੀਤੇ ਸੀ ਉਹ ਜਾਂ ਬਾਕੀ ਦੇ ਬਾਦਲ ਸਾਹਿਬ ਨੇ ਆਦਰਸ਼ ਸਕੂਲ, ਪਹਿਲਾਂ ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ, ਫਿਰ ਬਾਕੀ ਦੇ ਸਕੂਲ। ਔਰ ਉਹ ਐਜੂਕੇਸ਼ਨ ਨੂੰ ਬਿਹਤਰ ਬਣਾਉਣ ਦੀ ਬਜਾਏ ਕੁਝ ਸਕੂਲ ਬਿਹਤਰ ਬਣਾ ਦਿਓ, ਕੁਝ ਇੰਨੀਆਂ ਗੱਲਾਂ ਕਰ ਦਿਓ ਉਹਨਾਂ ਹੀ ਬੰਦਿਆਂ ਦੇ ਵਿੱਚੋਂ ਇਹ ਕਰ ਦਿਓ, ਇਹੀ ਹੈਲਥ ਡਿਪਾਰਟਮੈਂਟ। ਇਹ ਕਿਵੇਂ? ਇਹ ਦੋ ਬਹੁਤ ਵੱਡੇ ਸੋਸ਼ਲ ਸੈਕਟਰ ਇਹ ਐਗਜ਼ੈਕਟਲੀ ਜੇ ਤਾਂ ਸਹੀ ਰਾਜਨੀਤੀ ਕਰਨੀ ਹੈ ਕੋਰ ਮੁੱਦਿਆਂ ਦੇ ਉੱਤੇ, ਸਿਹਤ ਦੇ ਉੱਤੇ ਤੇ ਵਿਦਿਆ ਦੇ ਉੱਤੇ, ਸਿੱਖਿਆ ਦੇ ਉੱਤੇ, ਤਾਂ ਫਿਰ ਜਿਸ ਵੇਲੇ ਨੈਸ਼ਨਲ ਫੈਮਿਲੀ ਹੈਲਥ ਸਰਵੇ 5th ਰਾਊਂਡ ਆ ਗਿਆ ਸੀਗਾ, ਤਾਂ ਪੂਰੀ ਸਟੇਟ ਦੇ ਵਿੱਚ ਤਰਥੱਲੀ ਪਈ ਹੋਣੀ ਚਾਹੀਦੀ ਸੀ, ਸਰਕਾਰਾਂ ਨੂੰ ਭਾਜੜਾ ਪਈਆਂ ਹੋਣੀਆਂ ਚਾਹੀਦੀਆਂ ਸੀ। ਜੋ ਪੰਜਾਬ ਦਾ ਨਕਸ਼ਾ NFHS ਦੇ ਵਿੱਚ ਨਿਕਲ ਕੇ ਆਇਆ ਸੀ, ਕਿੰਨੇ ਮੇਰੇ ਬੱਚੇ ਅਨੀਮੀਆ ਦਾ ਸ਼ਿਕਾਰ ਨੇ, ਕਿੰਨੀਆਂ ਮਹਿਲਾਵਾਂ ਦਾ ਜਿਹੜਾ ਖੂਨ ਦਾ ਲੈਵਲ ਕੀ ਹੈ, ਹੀਮੋਗਲੋਬਿਨ ਦੇ ਲੈਵਲ ਕੀ ਨੇ, ਜੱਚਾ ਬੱਚਾ ਦੀ ਸਥਿਤੀ ਕੀ ਹੈ, ਸਾਡੇ ਸਟੰਟਡ ਗਰੋਥ ਦੇ ਜਿਹੜੇ ਡਾਟੇ ਨੇ, ਹਰ ਡਾਟਾ ਡਰਾ ਦੇਣ ਵਾਲਾ, ਤਰਾ ਕੱਢ ਦੇਣ ਵਾਲਾ। ਉਸ ਵੇਲੇ ਤਾਂ ਤੁਸੀਂ ਇਹਦੇ ਤੇ ਕੋਈ ਰਾਜਨੀਤੀ ਨਹੀਂ ਕਰਦੇ। ਤੁਹਾਨੂੰ ਲੱਗਦਾ ਨੈਸ਼ਨਲ ਫੈਮਿਲੀ ਹੈਲਥ ਸਰਵੇ ਦੇ ਉੱਤੇ ਰਾਜਨੀਤੀ ਕਰਨ ਦਾ ਕੋਈ ਮਤਲਬ ਨਹੀਂ ਹੁੰਦਾ, ਕਿਉਂਕਿ ਉਹਦੇ ਦਰਅਸਲ ਉਹ ਹਕੀਕਤ ਦਿਖਾਉਂਦਾ। ਉਸ ਸਰਵੇ ਨੂੰ ਡਿਲੇ ਹਿੰਦੁਸਤਾਨ ਸਰਕਾਰ ਵੱਲੋਂ ਜ਼ੋਰ ਨਾਲ ਕੀਤਾ ਗਿਆ, ਇੱਕ ਲੰਬਾ ਸਮਾਂ ਉਹਦੇ ਰਿਜ਼ਲਟ ਨਹੀਂ ਬਾਹਰ ਆਉਣ ਦਿੱਤੇ ਗਏ। ਐਗਜ਼ੈਕਟਲੀ ਉਸੇ ਤਰੀਕੇ ਦੇ ਜਿਸ ਵੇਲੇ ਸ਼ੀਸ਼ੇ ਦਿਖਾਉਣ ਵਾਲੀਆਂ ਰਿਪੋਰਟਾਂ ਹੁੰਦੀਆਂ ਨੇ, ਉਹ ਸਰਕਾਰਾਂ ਦਬਾ ਕੇ ਰੱਖਦੀਆਂ ਨੇ। SCCC ਦਾ ਡਾਟਾ ਸਾਨੂੰ ਕੀ ਦੱਸੇਗਾ ਜੇ ਅੱਜ ਆ ਜਾਂਦਾ ਤਾਂ? ਜਿਹੜਾ ਅਸੀਂ ਸੈਂਸਸ ਕਰਾਇਆ ਪੂਰੇ ਦੇਸ਼ ਦੇ ਵਿੱਚ, ਸੋਸ਼ੀਓ ਇਕਨੋਮਿਕ ਐਂਡ ਕਾਸਟ ਸੈਂਸਸ, ਉਹਦਾ ਡਾਟਾ ਸਾਨੂੰ ਕੀ ਦੱਸੇਗਾ? ਪੰਜਾਬ ਦੇ ਵਿੱਚ ਜੇ ਕਿਸੇ ਰਾਜਨੀਤਿਕ ਪਾਰਟੀ ਨੇ ਸੱਚਮੁੱਚ ਰਾਜਨੀਤੀ ਕਰਨੀ ਹੈ ਤਾਂ ਉਹ ਇਹ ਡਿਮਾਂਡ ਕਿਉਂ ਨਹੀਂ ਕਰਦੀ? ਜਿਸ ਵੇਲੇ ਦੇਸ਼ ਦੇ ਵਿੱਚ ਇਹਦੇ ਤੇ ਇੱਕ ਵੱਡਾ ਮੂਵ ਬਣਾ ਰਹੇ ਨਿਤੀਸ਼ ਕੁਮਾਰ ਹੁਣ, ਇਹਦੇ ਤੇ ਇੱਕ ਵੱਡੀ ਮੂਵ ਬਣਾ ਰਹੇ ਨੇ ਨਾ ਕਿ ਤੁਸੀਂ ਕਾਸਟ ਬੇਸਡ ਸੈਂਸਸ ਕਰਵਾਓ। ਤੁਸੀਂ ਪੰਜਾਬ ਦੇ ਵਿੱਚ ਇੱਕ ਸੈਂਸਸ ਕਰਵਾਓ ਨਾ ਕਿ ਸਾਡੇ ਕਿੰਨੇ ਜਿਹੜੇ ਪਰਿਵਾਰ ਨੇ, ਸਾਡੇ ਟੋਟਲ ਦਲਿਤ ਪਰਿਵਾਰਾਂ ਦੀ ਗਿਣਤੀ ਕਿੰਨੀ ਹੈ, ਤੇ ਉਹਨਾਂ ਦੀਆਂ ਲੈਂਡ ਹੋਲਡਿੰਗਸ ਕਿੱਦਾਂ ਨੇ, ਤੇ ਉਹਨਾਂ ਦੀਆਂ ਕੈਪੀਟਲ ਹੋਲਡਿੰਗਸ ਕੀ ਨੇ, ਤੇ ਫਿਰ ਅਸੀਂ ਗੱਲ ਕਰੀਏ ਕਿ ਇਹ 10 ਨੌਆਂ ਦੇ ਕਿਰਤ ਕਰਨ ਵਾਲਿਆਂ ਦੀ ਰਿਸਪੈਕਟ ਕਰਨ ਵਾਲੀ ਧਰਤੀ ਦੇ ਵਿੱਚ ਅਸੀਂ ਕੀ ਨਕਸ਼ਾ, ਕੀ ਖਾਕਾ ਮਨੁੱਖਤਾ ਦਾ ਬਣਾ ਰੱਖਿਆ। ਫਿਰ ਪਤਾ ਲੱਗੇਗਾ ਕਿ ਅਸੀਂ ਮਾਨਸ ਕੀ ਜਾਤ ਸਭ ਹੈ ਕਿ ਪਹਿਚਾਨ ਬੋਦੇ ਕਿਹੜੇ ਪਾਸੇ ਜਾ ਡਿੱਗਦੇ ਆ। ਇਹ ਸਾਰੇ ਸਵਾਲ ਜੁੜੇ ਹੋਏ ਨੇ। ਜੇ ਰਾਜਨੀਤੀ ਕਰਨੀ ਹੈ ਤਾਂ ਫਿਰ ਉਹ ਰਾਜਨੀਤੀ ਫੰਡਾਮੈਂਟਲ ਮੁੱਦਿਆਂ ਦੇ ਉੱਤੇ ਫੰਡਾਮੈਂਟਲ ਸਵਾਲ ਚੁੱਕੇ ਹੋਏਗੀ, ਵਰਨਾ ਕਿਸੇ ਨੂੰ ਇਧਰੋਂ ਕੁਝ ਮਦਦ ਦੇ ਦੇਣੀ ਤੇ ਉਸਨੂੰ ਰੇਵੜੀ ਕਹਿ ਦੇਣਾ, ਤੇ ਉਹਨਾਂ ਰੇਵੜੀਆਂ ਦੇ ਸਿਰ ਦੇ ਉੱਤੇ ਵੋਟਾਂ ਲੈਣ ਦੀ ਕੋਸ਼ਿਸ਼ ਕਰਨੀ, ਤੇ ਫਿਰ ਕੋਈ ਸੰਪਾਦਕੀ ਜਾ ਕੇ ਲਿਖ ਦੇਵੇ ਕਿ ਪੰਜਾਬ ਦੇ ਕਿਸਾਨਾਂ ਦੇ ਹੱਡਾਂ ਵਿੱਚ ਪਾਣੀ ਰਚ ਗਿਆ ਹੈ ਕਿਉਂਕਿ ਉਹਨਾਂ ਨੂੰ ਸਰਕਾਰ ਫ੍ਰੀ ਬਿਜਲੀ ਦੇ ਰਹੀ ਹੈ। ਇਹ ਇਸ ਕਿਸਮ ਦੀ ਬੇਬਾਕੀ ਨਾਲ ਬੇਹਯਾਈ ਜਿਹੜੀ ਆ ਉਹ ਨਜ਼ਰ ਆਉਂਦੀ ਹੈ ਮੈਨੂੰ ਪ੍ਰਿੰਟ ਮੀਡੀਆ ਦੇ ਵਿੱਚ ਬੜੀ ਵਾਰੀ। ਇਹਦਾ ਕਾਰਨ ਇਹ ਹੈ ਕਿ ਰਾਜਨੀਤੀ ਵਿੱਚੋਂ ਰਾਜਨੀਤੀ ਮਿਸਿੰਗ ਹੈ। ਬਜਟ ਵਰਗੀ ਚੀਜ਼ ਨੂੰ ਇੱਕ ਦਿਨ ਦੀਆਂ ਸੁਰਖੀਆਂ ਦਾ ਨਿਰਮਾਣ ਕਰਨ ਲਈ ਇੱਕ ਮੌਕੇ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ। ਹੁਣ ਵੀ ਇਹੀ ਹੋਏਗਾ। ਕੱਲ ਦੀਆਂ ਅਖਬਾਰਾਂ, ਪਰਸੋਂ ਦੀਆਂ ਅਖਬਾਰਾਂ 2 ਦਿਨ ਬਜਟ ਦੀਆਂ ਸੁਰਖੀਆਂ ਨਾਲ ਭਰੀਆਂ ਹੋਣਗੀਆਂ, ਫਿਰ ਉਸ ਤੋਂ ਬਾਅਦ ਅਸੀਂ ਅਗਲੇ ਸਾਲ ਦਾ ਇੰਤਜ਼ਾਰ ਕਰਾਂਗੇ। ਇਹ ਸਾਲ ਦਰ ਸਾਲ ਹਰ ਸਾਲ ਇਹੀ ਤਮਾਸ਼ਾ ਹੁੰਦਾ। ਬਜਟ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਰੁਜ਼ਗਾਰ ਦੇ ਨਾਲ ਹੀ ਜੁੜੀ ਇੱਕ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਸਟਾਰਟਅਪ ਸ਼ੁਰੂ ਕਰਨ ਦੇ ਵਾਸਤੇ ਇੱਕ ਸਕੀਮ ਚਲਾਈ ਹੈ ਜਿਹਦਾ ਸੀਡ ਮਨੀ ਦੇ ਤੌਰ ਤੇ 2000 ਰੁਪਇਆ ਸੀ। ਮੈਂ ਤਾਂ ਇਹਨੂੰ ਮਤਲਬ ਅਨਬਲੀਵੇਬਲ, ਮੈਨੂੰ ਲੱਗਾ ਸੀ ਉਹ ਟਾਈਪੋਗ੍ਰਾਫਿਕਲ ਐਰਰ ਹੋ ਸਕਦੀ ਹੈ ਕਿ ਕਿਸੇ ਬੱਚੇ ਕੋਲ ਉਹਨਾਂ ਨੇ ਕਿਹਾ ਕੋਈ ਗ੍ਰੇਟ ਬਿਜ਼ਨਸ ਆਈਡੀਆ ਹੋਵੇ। ਮਤਲਬ ਤੁਸੀਂ ਇਹ ਸੋਚੋ ਕਿ ਇਹ ਜਿਹੜੇ ਉਹ ਸ਼ਾਰਕ ਟੈਂਕ ਤੇ ਜਿਹੜੇ ਸਟਾਰਟਅਪਸ ਵਾਲਿਆਂ ਨੂੰ ਜਾ ਕੇ ਜੇ ਕੋਈ ਦੱਸੇਗਾ, ਕੋਈ ਵਿਸ਼ਵਾਸ ਕਰੇਗਾ? ਲੋਕਾਂ ਦੇ ਨਾਲ ਤੁਸੀਂ ਲਤੀਫਾ ਕਰ ਰਹੇ ਹੋ।
ਕਿ ਜੇ ਕਿਸੇ ਬੱਚੇ ਕੋਲ ਗ੍ਰੇਟ ਬਿਜ਼ਨਸ ਆਈਡੀਆ ਹੋਵੇ ਤਾਂ ਸਰਕਾਰ ਉਹਨੂੰ ਆਪਣਾ ਬਿਜ਼ਨਸ ਸ਼ੁਰੂ ਕਰਨ ਲਈ 2000 ਰੁਪਇਆ ਸੀਡ ਕੈਪੀਟਲ ਦੇ ਤੌਰ ਦੇ ਉੱਤੇ ਦੇਗੀ। ਇਸ ਤੋਂ ਬਾਅਦ ਹਰ ਬਹਿਸ ਬੰਦ ਕਰ ਦੇਣੀ ਚਾਹੀਦੀ ਹੈ। ਬਜਟ ਦੇ ਇਹ ਡਾਕੂਮੈਂਟ ਬਾਰੇ ਕੁਝ ਵੀ ਸੋਚਣਾ ਕਹਿਣਾ ਬੰਦ ਕਰ ਦੇਣਾ ਚਾਹੀਦਾ। ਸਰਕਾਰ ਤੁਸੀਂ ਮਤਲਬ ਇੱਕ ਨੌਜਵਾਨ ਜਿਨ੍ਹਾਂ ਦੇ ਉੱਤੇ ਤੁਸੀਂ ਕਹਿੰਦੇ ਹੋ ਕਿ ਦਾਰੋ ਮਦਾਰ ਹੈ, ਸਾਡਾ ਸਭ ਤੋਂ ਵੱਡਾ ਡੈਮੋਗ੍ਰਾਫਿਕ ਹੈ, ਉਹਨਾਂ ਨੂੰ ਤੁਸੀਂ ਕੀ ਸੁਣਿਆ ਦੇ ਰਹੇ ਹੋ ਕਿ ਅਸੀਂ ਤੁਹਾਡੇ ਲਈ ਘਰ ਬੈਠੇ ਕਿਹੜੀਆਂ ਨਵੀਆਂ ਸਕੀਮਾਂ ਸੋਚਦੇ ਹਾਂ, ਅਸੀਂ ਤੁਹਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੇ ਕਿਹੜੇ ਨਵੇਂ ਤਰੀਕੇ ਲੱਭਦੇ ਹਾਂ। ਨਾ ਅਨਾਉਂਸ ਕਰਦੇ ਤਾਂ ਕੀ ਹੋ ਜਾਂਦਾ, ਕੀ ਸਰਕਾਰ ਦੀਆਂ ਕੁਝ ਵੋਟਾਂ ਘਟ ਜਾਂਦੀਆਂ? ਤੇ ਇਹ ਜ਼ਰੂਰੀ ਇਹ ਵੀ ਨਹੀਂ ਹੈ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਲਈ ਇਹਨਾਂ ਨੇ ਅਜਿਹਾ ਕੀਤਾ। ਇਹ ਸਮਰੱਥਾ ਇਹਨਾਂ ਤਮਾਮ ਪੋਲੀਟੀਕਲ ਪਾਰਟੀਆਂ ਦੀ ਹੈ, ਇਹਨਾਂ ਵਿੱਚੋਂ ਕੋਈ ਵੀ ਇਹੋ ਜੀ ਗੱਲ ਕਰ ਸਕਦਾ ਸੀਗਾ ਤੇ ਇਹ ਕਰਦੀਆਂ ਵੀ ਆਈਆਂ ਨੇ ਇਸੇ ਕਿਸਮ ਦੀਆਂ ਗੱਲਾਂ। ਪੰਜਾਬ ਨੂੰ ਸਭ ਤੋਂ ਜ਼ਿਆਦਾ ਲੋੜ ਪਿਛਲੇ ਦਿਨਾਂ ਤੋਂ ਜਿਹੜੇ ਮੰਨੀ ਜਾਂਦੇ, ਖਾਸ ਤੌਰ ਤੇ ਕਿਸਾਨ ਅੰਦੋਲਨ ਐਡਾ ਵੱਡਾ ਹੋਇਆ, ਬਿਲਕੁਲ, ਜਿਹੜਾ ਕਹਿ ਰਿਹਾ ਸੀ ਸਵਾਮੀਨਾਥਨ ਰਿਪੋਰਟ ਲਾਗੂ ਕਰੋ, ਵੱਖ-ਵੱਖ ਫਸਲਾਂ ਦਾ ਜਿਹੜਾ ਰੇਟ ਭਾਅ ਹੈ ਉਹ ਐਮਐਸਪੀ ਤੇ ਘੱਟੋ ਘੱਟ ਕਾਨੂੰਨ ਬਣਾਓ, ਜਿਹਦੇ ਤੇ ਸਾਡੀਆਂ ਪਾਰਟੀਆਂ ਵੀ ਸਹਿਮਤ ਹੁੰਦੀਆਂ ਨੇ। ਮਤਲਬ ਜਦੋਂ ਆਮ ਤੌਰ ਤੇ ਗੱਲ ਆਮ ਆਦਮੀ ਪਾਰਟੀ ਵੀ ਇਹਦੇ ਤੇ ਸਹਿਮਤ ਫਿਰ ਹੈ। ਕਿਸਾਨੀ ਮਜ਼ਦੂਰਾਂ ਦਾ ਕਰਜ਼ੇ ਦਾ ਕੁਐਸਚਨ ਹੈ, ਕਰਜ਼ੇ ਦੀ ਗੱਲ ਹੈ ਕਿ ਉਹ ਕਰਜ਼ਾ ਵੀ ਮਾਫੀ ਦਾ ਸਵਾਲ ਹੈ, ਵੱਡਾ ਤਾਂ ਸਵਾਲ ਨਾ ਯੂਨੀਅਨ ਬਜਟ ਦੇ ਵਿੱਚ ਇਹਨੂੰ ਐਡਰੈਸ ਕੀਤਾ ਜਾਂਦਾ ਤੇ ਨਾ ਇਸ ਬਜਟ ਦੇ ਵਿੱਚ ਕੋਈ ਗੱਲ ਉਹਦੇ ਤੇ ਸੁਣੀ ਹੈ ਕਿ ਕੋਈ ਉਹ ਮੁੱਦਾ ਵੀ ਸਪੀਚ ਦੇ ਵਿੱਚ ਤਾਂ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਸੀ, ਜਦੋਂ ਪੈਸਾ ਨਹੀਂ ਵੀ ਜ਼ਿਕਰ ਤਾਂ ਕਰੋ ਵੀ ਸਾਡੇ ਨਹੀਂ, ਅਸੀਂ ਕੇਂਦਰ ਨਾਲ ਇਹਦੇ ਤੇ ਆ ਕਰਾਂਗੇ, ਬਲਕਿ ਤੁਸੀਂ ਕੇਂਦਰ ਦੀ ਇੱਕ ਸਕੀਮ ਨੂੰ ਜ਼ਰੂਰ ਉਹਦੇ ਚ ਲੈ ਆਂਦਾ, ਭਾਵੰਤਰ ਸਕੀਮ ਨੂੰ ਹਾਰਟੀਕਲਚਰ ਇਹਦੇ ਤੋਂ ਵੀ ਮੈਂ ਇਹੀ ਗੱਲ ਕਰ ਰਿਹਾ ਕਿ ਤੁਸੀਂ ਕਹਿੰਦੇ ਹੋ ਵੀ ਕ੍ਰੌਪ ਡਾਇਵਰਸਿਫਿਕੇਸ਼ਨ ਸਾਡੇ ਲਈ ਬਹੁਤ ਜ਼ਰੂਰੀ ਹੈ, ਖਾਸ ਤੌਰ ਤੇ ਸਾਡਾ ਪਾਣੀ ਜਿੰਨਾ ਨੀਚੇ ਜਾ ਰਿਹਾ ਉਹਨੂੰ ਠੀਕ ਬਚਾਉਣ ਦੇ ਲਈ। ਤੇ ਬਾਕੀ ਇਹ ਦੋ ਤਿੰਨ ਗੱਲਾਂ ਤਾਂ ਕੀਤੀਆਂ ਨੇ ਕਿ ਅਸੀਂ ਮੂੰਗੀ ਤੇ ਪਿਛਲੇ ਵਾਰੀ ਜਿਹੜੇ ਪੈਸੇ ਖਰਚ ਕੀਤੇ ਨੇ 25 ਕਰੋੜ ਰੁਪਇਆ, ਹਾਲਾਂਕਿ 60 ਕਰੋੜ ਰੱਖਿਆ ਸੀ, ਉਹ 25 ਕਰੋੜ ਕਿਉਂ ਖਰਚਿਆ? ਕਿਉਂਕਿ ਉਹ ਇਹ ਰਿਹਾ ਕਿ 75% ਮੂੰਗੀ ਉਹ ਤੋਂ ਘੱਟ ਰੇਟ ਤੇ ਵਿਕੀ ਹੈ ਐਮਐਸਪੀ ਤੋਂ, ਲੋਕਾਂ ਨੂੰ ਇਹ ਗਿਲਾ ਰਿਹਾ ਹੈ। ਚਲੋ 25 ਇੱਕ ਚੰਗੀ ਪਹਿਲ ਚੰਗੀ ਸੀ, ਮਤਲਬ ਜੇਕਰ ਉਹ ਕਿਹਾ ਤੇ ਐਤਕੀ 125 ਕਰੋੜ ਰੁਪਇਆ ਰੱਖਣ ਦੀ ਗੱਲ। ਬਾਗਬਾਨੀ ਵਿੱਚੋਂ ਹੁਣ ਇਹਦਾ ਇੱਕ ਇਲਾਜ ਲਿਆ ਹੈ, ਡਿਫਰੈਂਸ਼ੀਅਲ ਦੇਾਂਗੇ ਤੁਹਾਨੂੰ। ਬਾਗਬਾਨੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਵਾਂਤਰ 15 ਕਰੋੜ ਰੁਪਇਆ ਉਹਦੇ ਲਈ ਰੱਖਿਆ ਕਿ ਇੰਨਾ, ਔਰ ਉਹ ਭਾਵਾਂਤਰ ਬਾਕੀ ਸਟੇਟਾਂ ਨੇ ਲਾਗੂ ਕੀਤੀ ਹੈ, ਗਵਰਨਮੈਂਟ ਆਫ ਬਾਕੀ ਸਟੇਟਾਂ ਨੇ ਫੂਡ ਗ੍ਰੇਨ ਦੇ ਵਿੱਚ ਵੀ ਲਾਗੂ, ਫੂਡ ਗ੍ਰੇਨ ਚ ਵੀ ਕੀਤੀ ਹੈ ਤੇ ਵੱਖ-ਵੱਖ ਵੀ, ਪਰ ਉਹ ਬਹੁਤ ਜ਼ਿਆਦਾ ਫਰੂਟੇਬਲ ਪ੍ਰੈਕਟੀਕਲ ਨਹੀਂ ਲਾਗੂ ਹੋਈ, ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੋ ਇਟਸ ਨਾਟ ਐਨ ਅਲਟਰਨੇਟਿਵ ਟੂ ਐਮਐਸਪੀ। ਹਾਂ, ਐਮਐਸਪੀ ਦਾ ਅਲਟਰਨੇਟਿਵ ਨਹੀਂ ਉਸ ਲੈਵਲ ਦੇ ਉੱਤੇ ਉਹ ਗੱਲ ਹੋ ਸਕੀ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੇ ਉਹਦੇ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਅਸੀਂ ਬਾਸਮਤੀ ਲਵਾਵਾਂਗੇ ਦੂਜੇ ਝੋਨੇ ਦੀ ਬਜਾਏ, ਬਾਸਮਤੀ ਲਈ ਮਾਰਕੀਟ 'ਚ ਸਾਡੀਆਂ ਜਿਹੜੀਆਂ ਏਜੰਸੀਆਂ ਉਤਰਨਗੀਆਂ ਤਾਂ ਕਿ ਉਹ ਐਮਐਸਪੀ ਤੇ ਮਤਲਬ ਖਰੀਦੀ ਜਾਏ। ਵੈਸੇ ਇੱਕ ਗੱਲ ਇਹ ਹੈ ਕਿ ਬਾਸਮਤੀ ਦਾ ਕੋਈ ਐਮਐਸਪੀ ਅੱਜ ਤੱਕ ਡਿਸਾਈਡ ਨਹੀਂ ਹੁੰਦਾ ਹੈ ਨਾ, ਨੈਸ਼ਨਲ ਲੈਵਲ ਤੇ ਕੋਈ ਨਹੀਂ ਹੈ। ਹੁਣ ਇਹ ਪੰਜਾਬ ਸਰਕਾਰ ਡਿਸਾਈਡ ਕਰੇਗੀ ਕਿ ਉਹਦੀ ਐਮਐਸਪੀ ਕੀ ਹੋਣੀ ਚਾਹੀਦੀ ਹੈ ਜਾਂ ਇਹ ਰੇਟ ਕੀ ਹੈ। ਉਹ ਸਾਨੂੰ ਕਿੱਥੋਂ ਪਤਾ ਲੱਗੂ ਕਿ ਜੇ ਦੁਨੀਆ 'ਚ ਜਿਸ ਸਟੇਟ 'ਚ ਇੰਨਾ ਰੇਟ ਰਹਿੰਦਾ ਤਾਂ ਉਹਦੇ ਫਰਕ ਨੂੰ ਅਸੀਂ ਮੀਟ ਕਰਾਂਗੇ ਤਾਂ ਸਾਡੀਆਂ ਏਜੰਸੀਆਂ ਉਹਦੇ 'ਚ ਜਾਣਗੀਆਂ। ਇਹ ਪਾਲਿਸੀ ਦਾ ਲੈਵਲ ਜਿਹੜਾ ਹੈ ਬਾਸਮਤੀ ਇਨ ਐਨੀ ਕੇਸ ਨਾ ਸਾਡੇ ਭਾਵੇਂ ਫੂਡ ਗ੍ਰੇਨ ਹੈ, ਬਟ ਦ ਵੇ ਇਟ ਮੂਵਸ ਇਨ ਪੰਜਾਬ, ਇਹ ਵਰਚੁਅਲੀ ਕੈਸ਼ ਕ੍ਰੌਪ ਦੇ ਵਾਂਗ ਮੂਵ ਹੁੰਦੀ ਹੈ ਪੰਜਾਬ ਦੇ ਵਿੱਚ ਬਾਸਮਤੀ। ਸੋ ਅਸੀਂ ਮਾਰਕੀਟ ਦੇ ਨਾਲ ਅੰਤ ਨੂੰ ਇੰਨੇ ਜੁੜ ਜਾਵਾਂਗੇ ਕਿ ਜਿਹੜੀ ਉਹ ਤਿੰਨਾਂ ਖੇਤੀ ਬਿੱਲਾਂ ਦੀ ਜਿਹੜੀ ਭਾਵਨਾਤਮਕ ਸਾਂਝ ਸੀਗੀ ਕਿ ਉਹ ਸਾਨੂੰ ਮਾਰਕੀਟ ਨਾਲ ਜੋੜ ਰਹੀ ਹੈ, ਉਹ ਬਾਸਮਤੀ ਦਾ ਐਮਐਸਪੀ ਦਾ ਭਾਰ ਸਟੇਟ ਦੇ ਉੱਤੇ ਪਾਣਾ ਤੇ ਬਾਸਮਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨਾ, ਕਿਉਂਕਿ ਮਾਰਕੀਟ ਦੇ ਵਿੱਚ ਇਸ ਵੇਲੇ ਉਹਦੀ ਡਿਮਾਂਡ ਹੈ। ਇਹ ਅੰਤ ਨੂੰ ਅਸੀਂ ਉਸ ਟ੍ਰੈਪ ਦੇ ਵਿੱਚ ਫਸ ਰਹੇ ਹਾਂ ਜਿਹਦੇ ਵਿੱਚ ਹਿੰਦੁਸਤਾਨ ਦੇ ਕਾਫੀ ਫਾਰਮਰਸ ਫਸੇ ਇੱਕ ਟਾਈਮ ਦੇ ਉੱਤੇ, ਵਿਦਰਭਾ ਦੇ ਕਾਟਨ ਫਾਰਮਰਸ ਫਸੇ ਹੈ ਇੱਕ ਟਾਈਮ ਦੇ ਉੱਤੇ। ਹੁਣ ਫਿਰ ਤੁਸੀਂ ਮਾਰਕੀਟ ਨਾਲ ਟੈਗਡ ਫਸਲ ਦੀ ਪ੍ਰਾਈਸਿੰਗ ਮੈਕੈਨਿਜ਼ਮ ਦੇ ਵਿੱਚ ਜਿਹੜੇ ਬੇਸਿਕਲੀ ਉੱਥੇ ਤਾਂ ਅਜੇ ਪ੍ਰਾਈਸ ਡਿਸਕਵਰੀ ਐਫਰਟਸ ਚੱਲ ਰਹੀਆਂ ਨੇ, ਉਹ ਪ੍ਰਾਈਸ ਡਿਸਕਵਰੀ ਵਾਲੀਆਂ ਐਫਰਟਸ ਦੇ ਵਿੱਚ ਤੁਸੀਂ ਪੰਜਾਬ ਦੇ ਕਿਸਾਨ ਨੂੰ ਇੱਕ ਟ੍ਰੈਪ ਲਾ ਕੇ ਫਸਾ ਰਹੇ ਹੋ ਕਿ ਤੁਹਾਨੂੰ ਇਹਦੇ ਵਿੱਚ ਐਮਐਸਪੀ ਦੇ ਦੇਵਾਂਗੇ, ਜਿਹੜੀ ਉਹ ਸਟੇਟ ਦੇਗੀ ਜਿਹੜੀ ਆਪਣੇ ਆਪ ਨੂੰ ਕਰਜ਼ੇ ਥੱਲੇ ਸਮਝਦੀ ਹੈ ਤੇ ਉਹ ਬਿਲਕੁਲ ਗਰੀਬ ਲੋਕਾਂ ਦੇ ਸ਼ਗਨ ਸਕੀਮਾਂ ਤੱਕ ਦੇ ਪੈਸੇ ਨਹੀਂ ਦੇ ਸਕਦੀ। ਉਦੋਂ ਤੁਸੀਂ ਗਰੰਟੀ ਭਾਲਦੇ ਆ ਐਮਐਸਪੀ ਦੀ। ਮੈਨੂੰ ਲੱਗਦਾ ਜੇ ਉਹ ਭਾਵੰਤਰ ਸਕੀਮ ਜਿਹੜੀ ਉਹਨਾਂ ਨੇ ਹਾਰਟੀਕਲਚਰ 'ਚ ਵੀ ਅਨਾਉਂਸ ਕੀਤੀ ਹੈ, ਜੇ ਉਹ ਗੱਲ ਕਰਦੇ ਹੋਏ ਨਾਲ ਇਹ ਕਹਿ ਦਿੰਦੇ ਕਿ ਸੈਂਟਰ ਦੇ ਸਟੇਟ ਦੇ ਐਮਐਸਪੀ ਬਾਰੇ ਮੰਗ ਨਾ ਮੰਨਣ ਕਰਕੇ ਸਰਕਾਰ ਕੁਝ ਅਜੇ ਉਦਮ ਲੈ ਰਹੀ ਹੈ ਜਿਹਦੇ ਨਾਲ ਕਿਸੇ ਹੱਦ ਤੱਕ ਕੋਈ ਰਿਲੀਫ ਕਿਸਾਨ ਨੂੰ ਦਿੱਤਾ ਜਾਵੇ, ਇਸ ਕਰਕੇ ਅਸੀਂ ਭਾਵੰਤਰ ਸਕੀਮ ਲੈ ਰਹੇ ਹਾਂ, ਤਾਂ ਮੈਨੂੰ ਤੁਹਾਡੇ ਬਜਟ ਦੇ ਵਿੱਚ ਇੱਕ ਪੋਲੀਟੀਕਲ ਕੰਪੋਨੈਂਟ ਵੀ ਦਿਖਾਈ ਦਿੰਦਾ, ਪਰ ਤੁਸੀਂ ਉਹ ਗੱਲ ਤਾਂ ਕਰ ਹੀ ਨਹੀਂ ਰਹੇ। ਅਸਲ ਦੇ ਵਿੱਚ ਇਹੀ ਹੈ, ਚਲੋ ਬਜਟ ਗਵਰਨਮੈਂਟ ਨੇ ਪੇਸ਼ ਕੀਤਾ, ਇਹ ਦੋ ਪਹਿਲੀਆਂ ਗਵਰਨਮੈਂਟਾਂ ਨੇ ਵੀ ਕੀਤਾ, ਪਹਿਲੀਆਂ ਗਵਰਨਮੈਂਟਾਂ ਕਰਕੇ ਤਾਂ ਪੰਜਾਬ ਹੁਣ ਇੱਥੇ ਤੱਕ ਆਇਆ, ਇਹ ਪਹਿਲੀਆਂ ਸਰਕਾਰਾਂ ਮਤਲਬ ਪਾਰਟੀਆਂ ਕਰਕੇ, ਇਸੇ ਕਰਕੇ ਪੰਜਾਬੀ ਨਿਰਾਸ਼ ਨੇ ਉਹਨਾਂ ਤੋਂ, ਤੇ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਐਡਾ ਵੱਡਾ ਫਤਵਾ ਦਿੱਤਾ। ਮੈਨੂੰ ਟੈਕਸ ਮਿੱਤਰ ਵਾਲੀ ਇੱਕ ਸਕੀਮ ਅੱਛੀ ਲੱਗੀ ਹੈ ਜਿਹੜੀ ਇਹਨਾਂ ਨੇ ਲਾਇਆ ਕਿ ਕੋਈ ਵੀ ਆਪਣੀ ਕੋਈ ਚੀਜ਼ ਖਰੀਦਦੇ ਹੋ ਤੁਸੀਂ ਆਪਣਾ ਬਿੱਲ ਜਿਹੜਾ ਉਹ ਆਨਲਾਈਨ ਉਹਦੇ ਤੇ ਪਾਓ, ਜੇ ਉਹ ਮੈਚ ਕਰ ਜਾਂਦੇ ਨੇ ਕਿ ਵਾਕਈ ਦੁਕਾਨਦਾਰ ਨੇ ਜੋ ਤੁਹਾਡੇ ਤੋਂ GST ਲਿਆ
ਤਾਂ ਉਹ GST ਸੱਚਮੁੱਚ ਟ੍ਰੈਜਡੀ ਦੇ ਵਿੱਚ ਪਹੁੰਚਿਆ। ਆਈ ਥਿੰਕ ਇੱਕ ਤਾਂ ਇੰਸਪੈਕਟਰੀ ਰਾਜ ਮਾੜੀ ਟਰਮ ਹੁੰਦੀ ਹੈ, ਬਟ ਇਹ ਜਿਹੜਾ ਇੰਸਪੈਕਸ਼ਨ ਦਾ ਇੱਕ ਟੈਕਨੋਲੋਜੀਕਲ ਤਰੀਕਾ ਹੈਗਾ, ਇਹ ਕਿਸੇ ਹੱਦ ਤੱਕ ਬੈਨੀਫਿਟ ਕਰ ਸਕਦਾ, ਇਨ ਦਾ ਸੈਂਸ ਕਿ ਸਾਡੀ ਜਿਹੜੀ ਬਿਜ਼ਨਸ ਕਮਿਊਨਿਟੀ ਹੈ ਇਹਦੇ ਵਿੱਚ ਨਾ ਇੱਕ ਸਾਡੇ ਕੋਈ ਐਡਾ ਇਖਲਾਕ ਨਾਲ ਤੇ ਬਿਜ਼ਨਸ ਜੁੜਿਆ ਨਹੀਂ ਹੋਇਆ ਕਿ ਬੜਾ ਐਥੀਕਲ ਕੋਈ ਪ੍ਰੈਕਟਿਸਿਸ ਨਹੀਂ, ਤਾਂ ਇਹਦੇ ਨਾਲ ਇੱਕ ਰੈਵਨਿਊ ਦੀ ਜਿਹੜੀ ਉਹ ਲੀਕੇਜ ਹੈ ਉਹਨੂੰ ਪਲੱਗ ਕੀਤਾ ਜਾ ਸਕਦਾ। ਦੈਟਸ ਅ ਗੁੱਡ ਸਕੀਮ। ਹਾਂ, ਉਸ ਐਂਗਲ ਤੋਂ ਇਹ ਗੁੱਡ ਸਕੀਮ ਹੈ, ਪਰ ਜਿਹੜਾ ਬਿਹੇਵੀਅਰ ਹੈ, ਹਿਊਮਨ ਬਿਹੇਵੀਅਰ, ਦੇ ਉੱਤੇ ਕਮੈਂਟ ਵੀ ਹੈ, ਔਰ ਹਿਊਮਨ ਬਿਹੇਵੀਅਰ ਤੇ ਕਮੈਂਟ ਵੀ ਹੈ ਨਾਲ। ਹਿਊਮਨ ਬਿਹੇਵੀਅਰ ਤੇ ਵੀ ਜਦੋਂ ਸੌਦਾ ਲੈਣ ਵੀ ਜਾਂਦਾ ਹੈ, ਜਦੋਂ ਉਹ ਦੱਸਦਾ ਕਿ ਪੱਕਾ ਬਿੱਲ ਲੈਣਾ ਜਾਂ GST ਕਟਾਉਣੀ ਹੈ ਤਾਂ ਇੰਨੇ ਲੱਗਣਗੇ, ਨਗਦ ਦੇ ਦੇਗਾ ਇੰਨੇ 'ਚ ਕੰਮ ਚੱਲਦਾ, ਤਾਂ ਬੰਦਾ ਵੀ ਤਾਂ ਦੋ ਦਾ ਕੰਪਰੋਮਾਈਜ਼ ਆ। ਬਿਲਕੁਲ। ਮਤਲਬ ਉਹ ਜਿਹੜੀ ਟੈਕਸ ਚੋਰੀ ਹੈ, ਦੋ ਤਰ੍ਹਾਂ ਦੀ ਯੂ ਪੇ ਫॉर ਬੀਇੰਗ ਐਥੀਕਲ। ਹਾਂ, ਉਹਦੇ ਲਈ ਫਿਰ ਪੇ ਕਰਨਾ ਪਏਗਾ ਉਸ ਸਾਰੇ ਮਾਹੌਲ ਦੇ ਵਿੱਚ। ਔਰ ਇਹ ਅਜੇ ਰਹਿੰਦੇ ਨੇ, ਬੜੇ ਸਾਲ ਰਹਿੰਦੇ ਨੇ, 3.5 ਸਾਲ ਪਏ ਨੇ ਜਿਹੜੇ ਅਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ। ਪਰ ਜਿਵੇਂ ਕਿ ਨਾਰਮਲੀ ਕਿਹਾ ਜਾਂਦਾ ਹੈ ਕਿ ਸਾਡੀਆਂ ਪਾਰਟੀਆਂ ਜਿਹੜਾ ਓਵਰਆਲ ਕ੍ਰਾਈਸਿਸ ਨੇ, ਵੱਡੇ ਕ੍ਰਾਈਸਿਸ ਨਾਲ ਦੁਨੀਆ ਜੂਝ ਰਹੀ ਹੈ, ਸਾਡਾ ਦੇਸ਼ ਜੂਝ ਰਿਹਾ ਤੇ ਪੰਜਾਬ ਜੂਝ ਰਿਹਾ, ਉਹਨੂੰ ਹੱਥ ਪਾਉਣ ਦੀ ਹਿੰਮਤ ਅਜੇ, ਉਹਦੇ ਤੋਂ ਡਾਇਰੈਕਸ਼ਨ ਬਦਲਣ ਦੀ ਹਿੰਮਤ ਅਜੇ ਨਹੀਂ ਦਿਖਾਈ ਦਿੰਦੀ। ਜਿੱਡਾ ਵੱਡਾ ਇਮੇਜਿਨੇਟਿਵ ਨਹੀਂ ਲੱਗਿਆ, ਇਮੇਜਿਨੇਟਿਵ ਜਿਹੜੇ ਬਾਕੀ ਦੇ ਮੁੱਦੇ ਹੁੰਦੇ ਨੇ ਵੱਡੇ, ਇਹਦੇ ਵਿੱਚ ਕਿਹਾ ਗਿਆ 7 ਕਿਸਮ ਦੀਆਂ ਪਾਲਿਸੀਆਂ ਦੱਸੀਆਂ ਗਈਆਂ ਨੇ ਕਿ ਆਉਣ ਵਾਲੇ ਦਿਨਾਂ 'ਚ ਆਉਣੀਆਂ ਨੇ, ਜਿਹਦੇ 'ਚ ਖੇਤੀ ਪਾਲਿਸੀ ਦੀ ਵੀ ਗੱਲ ਵੀ ਹੈ, ਜਿਹਦੇ 'ਚ ਐਜੂਕੇਸ਼ਨ ਜਾਂ ਬਾਕੀ ਦੀਆਂ ਪਾਲਿਸੀਜ਼ ਦੀ ਗੱਲ ਵੀ ਹੈ। ਪਰ ਪਾਲਿਸੀ ਐਜੂਕੇਸ਼ਨ ਦੀ ਕੇਂਦਰ 'ਚ ਵੀ ਆਈ ਹੋਈ ਹੈ, ਉਹ ਤੇ ਵੀ ਕਮੈਂਟ ਬਹੁਤ ਜ਼ਰੂਰੀ ਹੁੰਦਾ ਹੈ, ਵੱਖ-ਵੱਖ ਜਿਹੜੀਆਂ ਆਈਆਂ ਹੋਈਆਂ ਨੇ ਉਹਨਾਂ ਤੇ ਵੀ। ਖੇਤੀਬਾੜੀ ਦਾ ਇੱਕ ਡਾਇਰੈਕਟਰ ਲਾ ਦੇਣ, ਮੈਨੂੰ ਲੱਗਦਾ ਪਾਲਿਸੀ ਵਾਲੀ ਤੇ ਪਤਾ ਨਹੀਂ ਕਦੋਂ ਰੌਲਾ ਇਹੀ ਗੱਲ, ਡਾਇਰੈਕਟਰ ਨਹੀਂ ਲੱਗ ਰਿਹਾ ਤੇ ਮੈਨੂੰ ਤੁਹਾਡੇ ਪਾਲਿਸੀ ਬਣਾਉਣ ਦੀ ਕੁਵਤ ਦੇ ਉੱਤੇ ਕਾਫੀ ਸ਼ੱਕ ਰਹੇਗਾ, ਕਿਉਂਕਿ ਇਹ ਚੀਜ਼ਾਂ, ਇਹ ਡਿਸੀਜਨ ਮੇਕਿੰਗ ਫੈਸਲੇ ਹੁੰਦੇ ਨੇ। ਡਾਇਰੈਕਟਰ ਫਰਵਰੀ 'ਚ ਰਿਟਾਇਰ ਹੋ ਜਾਂਦੇ ਨੇ ਤੇ ਮੁੜ ਕੇ ਹੁਣ ਬਜਟ ਵੀ ਆ ਜਾਂਦਾ ਤੇ ਮਾਰਚ 10 ਹੋ ਗਈ ਹੈ, ਤੇ ਕੁਛ ਨੂੰ ਚਾਰਜ ਹੀ ਦੇ ਦਿਓ। ਮੈਨੂੰ ਤਾਂ ਲੱਗਿਆ ਜਿੱਦਾਂ ਚਾਰਜ ਵੀ ਨਹੀਂ, ਐਗਰੀਰੀਅਨ ਸਟੇਟ ਦੇ ਵਿੱਚ ਐਗਰੀਕਲਚਰ ਦਾ ਡਾਇਰੈਕਟਰ ਨਹੀਂ ਹੈ। ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਔਰ ਉਹ ਸਾਰੇ ਮਾਮਲੇ ਦੇ ਵਿੱਚ ਜਿਹੜੀਆਂ ਇੱਕ ਗੱਲਾਂ ਨੇ, ਗੱਲਾਂ ਦੇ ਤੌਰ ਤੇ ਜਾਂ ਇੱਕ ਉਮੀਦ ਹੈ ਕਿ ਅਸੀਂ ਕਰਾਂਗੇ ਆਮ ਆਦਮੀ ਪਾਰਟੀ ਦੇ ਤੌਰ ਤੇ, ਉਹ ਉਮੀਦ ਕਿੰਨਾ ਕੁ ਚਿਰ ਕੇਵਲ ਨਾਅਰੇ ਦੇ ਰੂਪ ਦੇ ਵਿੱਚ ਰਹਿੰਦੀ ਹੈ। ਦੂਜੀ ਗੱਲ ਇੱਕ ਹੋਰ ਜਾਂਦੇ ਜਾਂਦੇ ਮੇਰੇ ਯਾਦ ਇਸ ਲਈ ਆਈ ਹੈ ਕਿ ਐਡਵਰਟਾਈਜ਼ਮੈਂਟ ਦਾ ਬਹੁਤ ਵੱਡਾ ਰੌਲਾ ਪਿਆ ਹੈ ਬਾਰ-ਬਾਰ, ਹੈ ਨਾ, ਫੁੱਲ ਪੇਜ ਸਾਡਾ ਕੰਮ ਬੋਲਦਾ ਹੈ ਜਾਂ ਵੱਖ-ਵੱਖ ਚੀਜ਼ਾਂ ਆਈਆਂ ਨੇ। ਇਹਦੇ 'ਚ ਬਜਟ ਦੇ ਵਿੱਚ ਕਿਤੇ ਦੇਖਿਆ ਨਹੀਂ ਗਿਆ ਉਹਦੇ ਲਈ ਖਰਚਾ ਰੱਖਿਆ। ਪਿੱਛੇ ਐਪੋਜੀਸ਼ਨ ਵਾਲੇ ਬਾਜਵੇ ਹੋਣੇ 700 ਕਰੋੜ ਦਾ ਉਹਦਾ ਇੱਕ ਐਲੀਗੇਸ਼ਨ ਲਾ ਰਹੇ ਸੀ ਕਿ ਇਹਨਾਂ ਨੇ ਇੰਨਾ ਕਰ ਲਿਆ, ਜਾਂ ਦੂਜੇ ਕਹਿ ਰਹੇ ਸੀ ਸਾਡੇ ਇਸ ਵੇਲੇ 50 ਕਰੋੜ ਹੁੰਦਾ ਸੀ। ਰੇਸ਼ੀਓ ਪ੍ਰੋਪੋਰਸ਼ਨ ਨਾਲ ਸਾਰੇ ਜਿਹੜੇ ਜਿੰਨੇ ਐਲੋਕੇਸ਼ਨ ਨੇ ਹਰੇਕ ਨੂੰ ਸਾਰਿਆਂ ਦੇ ਵਿੱਚੋਂ ਉਹਨਾਂ ਮਾਈਨਸ ਕਰ ਲਵੋ, ਕਿਉਂਕਿ ਐਡਸ ਦਾ ਸਿਲਸਿਲਾ ਤਾਂ ਨਹੀਂ ਰੁਕਣਾ। ਬਜਟ ਬਾਰੇ ਹੀ ਹੁਣ ਐਡਸ ਆਣੀਆਂ ਨੇ ਕਿ ਸਰਕਾਰ ਨੇ ਕਮਾਲਾਂ ਕਰ ਦਿੱਤੀਆਂ ਨੇ ਤੇ ਕੱਦੂ ਵਿੱਚ ਤੀਰ ਮਾਰ ਦਿੱਤੇ ਗਏ ਨੇ ਤੇ ਕੁਝ ਅਚੀਵ ਕਰ ਲਿਆ ਗਿਆ, ਤੇ ਉਹ ਪੈਸੇ ਜੇ ਬਜਟ 'ਚ ਰੱਖੇ ਨਹੀਂ ਗਏ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਇਹਦੇ ਵਿੱਚੋਂ ਕੱਢੇ ਨਹੀਂ ਜਾਣਗੇ। ਇਹਦੇ 'ਚ ਦੇਖਦੇ ਰਹੋ, ਸਾਰਾ ਮਾਮਲਾ ਵਾਚ ਕਰਦੇ ਰਹੋ, ਅਸੈਂਬਲੀ ਦੀਆਂ ਡਿਬੇਟਾਂ ਵੀ, ਬਾਕੀ ਚੀਜ਼ਾਂ ਵੀ, ਅਖਬਾਰਾਂ ਵੀ ਪੜ੍ਹਨਾ, TV ਵੀ ਦੇਖਣਾ, ਉਹਦੇ 'ਚੋਂ ਆਪਣਾ ਮਨ ਵੀ ਲਾਉਣਾ। ਮਤਲਬ ਬਜਟ ਕੀ ਹੈ, ਇਹਦਾ ਬਹੁਤ ਜ਼ਿਆਦਾ ਝਮੇਲਿਆਂ 'ਚ ਪੈਣ ਦੀ ਬਜਾਏ ਇਹ ਦੇਖਣਾ ਕਿ ਤੁਹਾਨੂੰ ਕੁਝ ਮਿਲਿਆ, ਤੁਹਾਡੇ ਚੁੱਲ੍ਹੇ ਦੇ ਵਿੱਚ ਕੁਝ ਹੋਰ, ਤੁਹਾਡੀ ਰਸੋਈ ਦੇ ਵਿੱਚ ਕੁਝ ਜੁੜਿਆ, ਤੁਹਾਡੇ ਰੁਜ਼ਗਾਰ ਦੇ ਵਿੱਚ ਜੁੜਿਆ। ਅਗਲਾ ਸਾਲ ਦੀ ਪ੍ਰੈਕਟਿਸ ਤੁਹਾਨੂੰ ਦੱਸਦੇ ਜੀ, ਅੱਗੇ ਨੂੰ ਬਜਟ ਨੂੰ ਇਸ ਢੰਗ ਨਾਲ ਦੇਖਣ ਦੀ ਕੋਸ਼ਿਸ਼ ਕਰੋ। ਬਹੁਤ ਬਹੁਤ ਸ਼ੁਕਰੀਆ।